पवित्र पावन हजूरी च हाजरियाँ भर रहे हो और गुरु की अमृत गुरबाणी का कीर्तन सत्कारयोग भाई जरनैल सिंह जी के जथे पासों सरवण किया है। सच्चे पातशाह महाराज सतगुरु जी श्री गुरु हराए साहब सतवें पातशाह जी का पावन पवित्र इतिहास हर रोज़ संध्या के दीवाना आप जी सरवण कर रहे हो। सतगुरु जी ने अपने सपुत्र बाबा राम राय जी नूं सारियां पावरां दे के अपनियां बख्शिशां दे के भेजिया सी। उन्होंने दिल्ली विच जाके बादशाह औरंगजेब नूं अपनियां करामातां दिखा के प्रभावित किया है। काजी मुलाणिया ने बड़ियां ही कोशिशां कीतियां किसी तरीके वाहिगुरू के हुक्म तो बिना पत्ता नहीं हिलदा। सो बादशाह औरंगजेब की कचहरी च बाबा जी का पूरा दबदबा बनया रहा। ये करामातां दे प्रसंग रोज़ आप जी संध्या के दीवाना विच सरवण कर रहे हो। आओ सरवण करिए। अज बाबा राम राय जी की कौतक करते हैं। प्यार नाल आखो सतनाम श्री वाहिगुरु साहिब जी। सतनाम श्री वाहिगुरु साहिब जी। दोहरा शाहुद गावन पुन कियो। फिर इन्हां काजियां मुलाणियां ने बादशाह नूं फिर नवां पाठ पढ़ाया, नवीं सिक्ख्या देती है। आस नर अजमत साथ। कहण लगे बादशाह जे इहो जिहा करामाती बंदा, इन्ना शक्तिशाली बंदा ਜਿਹਦੇ ਕੋਲ ਇੰਨੀਆਂ ਪਾਵਰਾਂ ਹਨ, ਇੰਨੀਆਂ ਕਰਾਮਾਤਾਂ ਹਨ, ਹੋਏ ਤੁਰਕ ਕੈਸੇ ਜਬ ਹੈ। ਇਹ ਮੁਸਲਮਾਨ ਬਣ ਜਾਵੇ। ਕਿਸੇ ਤਰੀਕੇ ਨਾਲ ਵੀ ਇਹਨੂੰ ਆਪਾਂ ਇਸਲਾਮ ਦੇ ਦਾਇਰੇ ਵਿੱਚ ਲੈ ਆਈਏ ਬਧੈ ਦੀਨ ਕੀ ਗਾਥ। ਤਾਂ ਉਹਦੇ ਨਾਲ ਦੀਨ ਇਸਲਾਮ ਦਾ ਬੜਾ ਵਾਧਾ ਹੋਵੇਗਾ। ਸਾਰੇ ਪਾਸੇ ਇਹੋ ਜਿਹਾ ਕਰਾਮਾਤੀ ਬੰਦਾ ਜਦੋਂ ਕਰਾਮਾਤਾਂ ਦਿਖਾਏਗਾ ਤੇ ਫਿਰ ਲੱਖਾਂ ਲੋਕ ਮੁਸਲਮਾਨ ਬਣ ਜਾਣਗੇ। ਨਾਲੇ ਇਹ ਗੁਰੂ ਦਾ ਪੁੱਤਰ ਹੈ, ਗੁਰੂ ਹਰਾਏ ਸਾਹਿਬ ਦਾ ਪੁੱਤਰ ਮੁਸਲਮਾਨ ਬਣ ਗਿਆ। ਇਹ ਤਾਂ ਮੁਸਲਮਾਨਾਂ ਵਾਸਤੇ ਬੜੀ ਖੁਸ਼ੀ ਦੀ ਖਬਰ ਹੋਵੇਗੀ ਅਤੇ ਹਿੰਦੂਆਂ ਦਾ ਹੌਸਲਾ ਟੁੱਟ ਜਾਏਗਾ। ਲੱਖਾਂ ਹਿੰਦੂ ਜਿਹੜੇ ਹਨ ਆਪਣਾ ਧਰਮ ਛੱਡ ਕੇ ਇਸਲਾਮ ਦੇ ਵਿੱਚ ਸ਼ਾਮਲ ਹੋ ਜਾਣਗੇ। ਚੌਪਾਈ ਜਿਸ ਮਤ ਮਹਿ ਐਸੇ ਨਰ ਹੋਏ। ਜਿਸ ਮਤ ਵਿੱਚ ਇਹੋ ਜਿਹੇ ਬੰਦੇ, ਇਹੋ ਜਿਹੇ ਮਹਾਂਪੁਰਸ਼ ਹੋ ਜਾਣ, ਰਹਿ ਅਨੁਸਾਰ ਹੇਰ ਸਭ ਕੋਏ। ਉਸ ਧਰਮ ਦਾ ਬੜਾ ਵਾਧਾ ਹੁੰਦਾ ਹੈ। ਚਮਤਕਾਰ ਨੂੰ ਦੁਨੀਆ ਨਮਸਕਾਰ ਕਰਦੀ ਹੈ। ਬਾਬਾ ਰਾਮ ਰਾਏ ਦੀਆਂ ਕਰਾਮਾਤਾਂ, ਬਾਬੇ ਰਾਮ ਰਾਏ ਦੀਆਂ ਸ਼ਕਤੀਆਂ ਵੇਖ ਕੇ ਹਜ਼ਾਰਾਂ ਲੋਕ ਹੋਰ ਮੁਸਲਮਾਨ ਬਣ ਜਾਣਗੇ। ਤਿਸ ਮਤ ਕੋ ਮਨ ਹੈ ਮਨ ਮਾਨਵ। ਜਿਹੜੇ ਧਰਮ ਦੇ ਵਿੱਚ ਕਰਾਮਾਤੀ ਬੰਦੇ ਹੁੰਦੇ ਨੇ, ਕੋਈ ਸ਼ਕਤੀ ਹੁੰਦੀ ਹੈ, ਉਸ ਧਰਮ ਨੂੰ ਸਾਰੀ ਦੁਨੀਆ ਮੰਨਦੀ ਹੈ। ਲੋਕ ਚਮਤਕਾਰ ਨੂੰ ਨਮਸਕਾਰ ਕਰਦੇ ਹੀ ਕਰਦੇ ਹੈ। ਕਰਾਮਾਤੀ ਪੁਰਸ਼ ਜਿਹੜੇ ਵੀ ਧਰਮ 'ਚ ਹੋਣ, ਭਾਵੇਂ ਹਿੰਦੂ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਸਿੱਖ ਹੋਣ, ਜੈਨੀ ਹੋਣ, ਬੋਧੀ ਹੋਣ, ਕਿਸੇ ਕੋਲ ਕੋਈ ਕਰਾਮਾਤ ਹੋਵੇ, ਕੋਈ ਪਾਵਰ, ਕੋਈ ਰੂਹਾਨੀ ਸ਼ਕਤੀ ਹੋਵੇ, ਤੇ ਹਰ ਬੰਦਾ ਦੇਖ ਕੇ ਕਹਿੰਦਾ ਵੀ ਇਹਦੇ ਸੇਵਕ ਬਣ ਜਾਈਏ। ਬਹੁਤੀ ਦੁਨੀਆ ਜਿਹੜੀ ਹੈ ਸੰਸਾਰ ਦੇ ਵਿੱਚ 90-99% ਲੋਕ ਧਰਮ ਨਾਲ ਜੁੜਦੇ ਨੇ। ਕੋਈ ਨਾ ਕੋਈ ਦੁੱਖ ਤਕਲੀਫ ਹੁੰਦੀ ਹੈ, ਘਰ 'ਚ ਕੋਈ ਪਰੇਸ਼ਾਨੀ ਹੁੰਦੀ ਹੈ, ਚਲੋ ਮੰਦਰ, ਚਲੋ ਗੁਰਦੁਆਰੇ, ਚਲੋ ਮਸੀਤ, ਚਲੋ ਕਿਸੇ ਬਾਬੇ ਕੋਲ। ਅਤੇ ਜਦੋਂ ਬੰਦਾ ਦੁਖੀ ਹੁੰਦਾ ਉਹ ਕਿਤੇ ਨਾ ਕਿਤੇ ਆਪਣੇ ਦੁੱਖ ਦਾ ਇਲਾਜ ਕਰਾਉਣ ਜਾਂਦਾ ਹੈ। ਜਿਹੜਾ ਮਹਾਂਪੁਰਸ਼, ਜਿਹੜਾ ਸੰਤ, ਜਿਹੜਾ ਬਾਬਾ, ਜਿਹੜਾ ਧਰਮ ਕਿਸੇ ਦੇ ਦੁੱਖ ਦਾ ਦਾਰੂ ਕਰ ਦਿੰਦਾ, ਲੋਕ ਉਹਦਾ ਹੀ ਧਰਮ ਮੰਨ ਲੈਂਦੇ ਨੇ। ਇਸ ਤਰ੍ਹਾਂ ਜੇ ਬਾਬਾ ਰਾਮ ਰਾਏ ਵਰਗਾ ਮਹਾਂਪੁਰਸ਼, ਕਰਾਮਾਤੀ ਪੁਰਸ਼ ਸਾਡੇ ਧਰਮ 'ਚ ਆ ਗਿਆ, ਮੁਸਲਮਾਨ ਬਣ ਗਿਆ, ਇਹ ਰੋਜ਼ ਨਵੇਂ ਤੋਂ ਨਵੇਂ ਚਮਤਕਾਰ ਲੋਕਾਂ ਨੂੰ ਦਿਖਾਏਗਾ, ਲੋਕਾਂ ਦੇ ਦੁੱਖੜੇ ਦੂਰ ਕਰੇਗਾ।
ਤੇ ਲੱਖਾਂ ਹੀ ਲੋਕ ਫਿਰ ਮੁਸਲਮਾਨ ਬਣਨਗੇ, ਰੋਜ਼ ਨਿਤ ਨਵੇਂ ਮੁਸਲਮਾਨ ਬਣਨਗੇ। ਗ੍ਰਹਿਣ ਕਰੈ ਸ਼ਰਧਾ ਔਰ ਠਾਨਵ, ਇਹਦੇ ਧਰਮ ਨੂੰ ਸਾਰੇ ਸ਼ਰਧਾ ਨਾਲ ਗ੍ਰਹਿਣ ਕਰਨਗੇ, ਸ਼ਰਧਾ ਨਾਲ ਮੰਨਣਗੇ। ਸਰਬ ਪ੍ਰਕਾਰ ਬਿਰਧਾਵਨ ਕਰੈ, ਤੇ ਇਹ ਸਾਡੇ ਧਰਮ ਨੂੰ ਬਹੁਤ ਵਾਧਾ ਦੇਵੇਗਾ। ਸਾਧ ਸੰਗਤ ਜੀ, ਮੁਸਲਮਾਨਾਂ ਦੇ ਵਿੱਚ ਵੀ ਬਹੁਤ ਸਾਰੇ ਪੀਰਾਂ ਨੇ ਆਪਣੀਆਂ ਝੂਠੀਆਂ ਸੱਚੀਆਂ ਕਰਾਮਾਤਾਂ ਦਿਖਾ ਕੇ ਇਸਲਾਮ ਦਾ ਪ੍ਰਚਾਰ ਕੀਤਾ। ਹਿੰਦੂਆਂ ਵਿੱਚ ਵੀ ਆਪਣੇ ਧਰਮ ਦਾ ਵਾਧਾ ਕਰਨ ਲਈ ਇਹ ਤਰੀਕਾ ਵਰਤਿਆ ਜਾਂਦਾ ਰਿਹਾ। ਤੇ ਗੁਰੂ ਘਰ ਦੇ ਵਿੱਚ ਵੀ ਬੜੇ ਬੜੇ ਸਿੱਧ ਪੁਰਸ਼ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਦੀ ਰੂਹਾਨੀ ਪਾਵਰ ਦੇ ਨਾਲ ਲੱਖਾਂ ਲੋਕ ਗੁਰੂ ਘਰ ਨਾਲ ਵੀ ਜੁੜੇ ਹਨ। ਅੱਜ ਕੱਲ੍ਹ ਸਾਡੇ ਕੁਝ ਭਰਾ ਇਹ ਰੌਲਾ ਪਾ ਕੇ ਵੀ ਜੀ ਇਹ ਗੁਰਮਤ ਨਹੀਂ ਹੈ। ਠੀਕ ਹੈ ਵੀ ਗੁਰਮਤ ਬੜੀ ਉੱਚੀ ਚੀਜ਼ ਹੈ ਭਰਾਵੋ, ਜਿਹੜੀ ਤੁਸੀਂ ਪ੍ਰਚਾਰਦੇ ਹੋ ਉਹ ਵੀ ਕਿਹੜਾ ਗੁਰਮਤ ਹੈ? ਗੁਰਮਤ ਤਾਂ ਇੱਕ ਨਾਮ ਤੋਂ ਬਿਨਾਂ ਬਾਕੀ ਸਾਰੀਆਂ ਗੱਲਾਂ ਨੂੰ ਹੀ ਫੋਕਟ ਮੰਨਦੀ ਹੈ। ਪਰ ਆਪਾਂ ਕਿਹੜਾ ਨਾਮ ਜਪਦੇ ਹਾਂ? ਆਪਾਂ ਕਿਹੜਾ ਗੁਰਮਤ ਦੇ ਮਾਰਗ 'ਤੇ ਚੱਲਦੇ ਹਾਂ? ਸਿਰਫ ਗੁਰਮਤ ਦਾ ਚੋਲਾ ਹੀ ਪਾਇਆ ਹੋਇਆ। ਸੋ ਜਿਹੜੇ ਲੋਕਾਂ ਨੂੰ ਗੁਰੂ ਘਰ ਨਾਲ ਜੋੜਿਆ ਸੰਤਾਂ ਮਹਾਂਪੁਰਸ਼ਾਂ ਨੇ, ਉਹ ਅੱਗੇ ਜੁੜ ਕੇ ਫਿਰ ਉਹ ਵੀ ਬਾਣੀ ਦੇ ਰਸੀਏ ਹੋ ਗਏ। ਗੁਰਬਾਣੀ ਸੇਧ ਦਿੰਦੀ ਹੈ। ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਨੇ ਜਦੋਂ ਗੁਰੂ ਘਰ 'ਚ ਆਏ, ਦੁਨਿਆਵੀ ਜਗਿਆਸੂ, ਕੋਈ ਨਾ ਕੋਈ ਲੋਭ ਲਾਲਚ, ਕੋਈ ਨਾ ਕੋਈ ਮਤਲਬ, ਕੋਈ ਨਾ ਕੋਈ ਸਵਾਰਥ ਸੀ। ਤੇ ਜਦੋਂ ਇੱਥੇ ਆਏ ਗੁਰੂ ਨੇ ਸਾਰਾ ਕੁਝ ਦੇਤਾ ਤੇ ਫਿਰ ਗੁਰੂ ਦੇ ਬਣ ਗਏ। ਸਿੱਖ ਦੀ ਕੋਈ ਅਰਦਾਸ ਗੁਰੂ ਘਰ ਆ ਕੇ ਪੂਰੀ ਹੁੰਦੀ ਹੈ ਤੇ ਉਹ ਫਿਰ ਗੁਰੂ ਘਰ ਦਾ ਹੀ ਬਣ ਜਾਂਦਾ। ਫਿਰ ਉਹ ਮਹਾਰਾਜ 'ਤੇ ਭਰੋਸਾ ਕਰਨ ਲੱਗ ਜਾਂਦਾ। ਅੱਗੇ ਜਾ ਕੇ ਫਿਰ ਉਹਨੂੰ ਗੁਰਮਤ ਦੀ ਸੋਝੀ ਆ ਜਾਂਦੀ ਵੀ ਇਹਨਾਂ ਚੀਜ਼ਾਂ ਤੋਂ ਉੱਪਰ ਵੀ ਜਾਣਾ। ਠੀਕ ਹੈ ਵੀ ਬਹੁਤੇ ਲੋਕ ਤਾਂ ਨਹੀਂ ਜਾਂਦੇ, ਪਰ ਵਿਰਲੇ ਜਾਂਦੇ ਹਨ। ਸੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰੀਆਂ ਗੱਲਾਂ ਗੁਰੂ ਘਰ 'ਚ ਰੱਖੀਆਂ ਹੋਈਆਂ ਨੇ। ਇਸ ਘਰ 'ਚ ਸਾਰਾ ਕੁਝ ਹੈ, ਸਭ ਕੁਛ ਹੈ ਘਰ ਤਿਸ ਕੈ ਬਲਰਾਮ ਜੀਓ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਤ ਬੜਾ ਵਿਸ਼ਾਲ ਸੀ। ਅੱਜ ਦੇ ਸਿੱਖਾਂ ਨੇ ਬੜਾ ਸੌੜਾ ਕਰ ਦਿੱਤਾ। ਇੰਨੀ ਤੰਗ ਦਿਲੀ ਹੈ ਸਾਡੇ ਵਿੱਚ, ਇੰਨੀ ਨਫ਼ਰਤ ਹੈ ਸਾਡੇ ਵਿੱਚ, ਇੰਨਾ ਕੱਟੜਪੁਣਾ ਹੈ ਸਾਡੇ ਵਿੱਚ। ਅਸੀਂ ਕਿਸੇ ਦੂਜੇ ਧਰਮ ਦੇ ਨੂੰ ਤਾਂ ਆਪਣੇ ਨਾਲ ਕੀ ਜੋੜਨਾ ਸੀ, ਅਸੀਂ ਆਪਣੇ ਧਰਮ ਵਾਲਿਆਂ ਨੂੰ ਵੀ ਨਹੀਂ ਸਾਂਭ ਸਕੇ। ਆ ਜਿਹੜੇ ਡੇਰਿਆਂ 'ਤੇ ਜਾਂਦੇ ਆ ਨਾ ਲੋਕ, ਕੋਈ ਕਿਸੇ ਡੇਰੇ 'ਤੇ, ਕੋਈ ਕਿਸੇ ਡੇਰੇ 'ਤੇ, ਇਹ ਸਾਰੇ ਗੁਰੂ ਘਰਾਂ 'ਚੋਂ ਹੀ ਗਏ ਹੋਏ ਨੇ। ਕਿਉਂ? ਕਿਉਂਕਿ ਪਿਛਲੇ 100 ਸਾਲ 'ਚ ਅਸੀਂ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਵੀ ਲੋਕ ਟੁੱਟ ਜਾਣ, ਕੋਈ ਗੁਰਦੁਆਰੇ ਆਵੇ ਨਾ। ਜੇ ਕੋਈ ਆ ਜਾਂਦਾ ਵਿਚਾਰਾ ਭੁੱਲ ਭੁਲੇਖੇ, ਤੇ ਉਹਨੂੰ ਦੌੜਾਉਣ ਦੀ ਕੋਸ਼ਿਸ਼ ਕਰਦੇ ਆ ਵੀ ਤੂੰ ਇੱਥੇ ਕੀ ਲੈਣ ਆਇਆ। ਤੋ ਇਹੋ ਜਿਹੀ ਜਿਹੜੀ ਸੌੜੀ ਗੁਰਮਤ, ਇਹਨੂੰ ਕਮੇਟੀ ਮਾਰਕਾ ਗੁਰਮਤ ਕਹਿੰਦੇ ਹੁੰਦੇ ਆ। ਇਹ ਗੁਰੂ ਦੀ ਮੱਤ ਨਹੀਂ ਹੈ, ਇਹ ਆਪਣੀ ਬਣਾਈ ਹੋਈ ਗੁਰਮਤ ਹੈ ਖਾਲਸਾ ਜੀ, ਜਿਹੜੀ ਪਿਛਲੇ 100 ਸਾਲ 'ਚ ਅਸੀਂ ਪ੍ਰਚਾਰੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰੇ ਸਾਨੂੰ ਸਹੀ ਗੁਰਮਤ ਦੀ ਉਹ ਸੋਝੀ ਪ੍ਰਾਪਤ ਹੋਵੇ ਜਿਹੜੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕਹੇ ਹਨ। ਸੋ ਜਿਹੜੇ ਧਰਮ ਦੇ ਵਿੱਚ ਵੀ ਕੋਈ ਰੂਹਾਨੀਅਤ ਵਾਲਾ ਮਹਾਂਪੁਰਸ਼ ਹੁੰਦਾ ਹੈ, ਜਿਹਦੇ ਕੋਲ ਕੋਈ ਨਾ ਕੋਈ ਤਾਕਤ, ਕੋਈ ਨਾ ਕੋਈ ਪਾਵਰ ਹੁੰਦੀ ਹੈ, ਉਸ ਧਰਮ ਦਾ ਵਾਧਾ ਹੁੰਦਾ ਹੀ ਹੁੰਦਾ। ਲੋਕ ਆਉਂਦੇ ਨੇ ਆਪਣੇ ਦੁੱਖਾਂ ਨੂੰ ਦੂਰ ਕਰਨ ਵਾਸਤੇ, ਤੇ ਜਦੋਂ ਆ ਜਾਂਦੇ ਨੇ ਫਿਰ ਹੌਲੇ ਹੌਲੇ ਉਹਨਾਂ ਨੂੰ ਸਮਝ ਆਉਂਦੀ ਹੈ ਵੀ ਗੁਰਮਤ ਵੀ ਕੀ ਹੈ, ਅਧਿਆਤਮਿਕਤਾ ਕੀ ਹੈ, ਰੂਹਾਨੀਅਤ ਕੀ ਹੈ। ਉਹ ਤਾਂ ਬੜੀ ਦੂਰ ਦੀ ਗੱਲ ਹੈ। ਅਸੀਂ ਪਹਿਲੇ ਦਿਨ ਹੀ ਨਾ, ਜਿਹੜਾ ਬੱਚਾ ਸਕੂਲ ਆਵੇ ਤੇ ਉਹਦੇ ਅੱਗੇ ABC ਦੀ ਥਾਂ 'ਤੇ MA ਦੀ ਕਿਤਾਬ ਰੱਖ ਦਿੰਦੇ ਹਾਂ। ਉਹਨੂੰ ਵਿਚਾਰੇ ਨੂੰ ਅਜੇ ABC ਨਹੀਂ ਆਉਂਦੀ, ਊੜਾੜਾ ਨਹੀਂ ਆਉਂਦਾ, ਤੇ ਕਹਿੰਦੇ ਤੂੰ ਚੱਲ ਗੁਰਮਤ ਦੇ ਰਸਤੇ 'ਤੇ। ਉਹ ਭਰਾਵੋ, ਅਜੇ ਉਹਨੂੰ ਬਹਿਣਾ ਉੱਠਣਾ ਸਿੱਖਣ ਦਿਓ। ਗੁਰੂ ਘਰ ਸੇਵਾ ਕਰੇਗਾ, ਭਾਂਡੇ ਮਾਂਜੇਗਾ, ਬਾਣੀ ਪੜ੍ਹੇਗਾ, ਉਹਨੂੰ ਕੁਛ ਸਕੂਨ ਮਿਲੇਗਾ, ਸ਼ਾਂਤੀ ਆਵੇਗੀ, ਉਹਦੇ ਕੰਮ ਕਾਰਜ ਰਾਸ ਹੋਣਗੇ। ਫਿਰ ਉਹ ਕਦੇ ਗੁਰੂ ਮਹਾਰਾਜ ਦੀ ਬਾਣੀ ਨੂੰ ਸਮਝੇਗਾ। ਕੋਈ ਇੱਕ ਦਿਨ ਥੋੜ੍ਹਾ ਹੋ ਜਾਣਾ ਕੰਮ ਇਹ। ਪਰ ਅੱਜ ਅਸੀਂ ਬਣੇ ਬਣਾਏ ਲੈਕਚਰ ਰੱਟੇ ਲਾਏ ਹੋਏ ਨੇ, ਤੇ 2 ਸਾਲ 'ਚ ਕਹਿੰਦੇ ਪੂਰੀ ਗੁਰਮਤ ਪੜ੍ਹਾ ਦਿੰਦੇ ਆ। 2 ਸਾਲ ਵਿੱਚ ਤੇ ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ। ਇਹ ਸਾਰਾ ਗੁਰਮਤ ਦਾ ਕੋਰਸ ਕਰਾਈ ਜਾਂਦੇ ਆ। ਸੱਚੇ ਪਾਤਸ਼ਾਹ ਹੀ ਸੁਮੱਤ ਦੇਵੇ।
ਸੋ ਇੱਥੇ ਬਚਨ ਆ ਰਿਹਾ ਵੀ ਜਿਹੜਾ ਬੰਦਾ, ਜਿਹੜਾ ਮਹਾਂਪੁਰਸ਼ ਕਰਾਮਾਤੀ ਹੁੰਦਾ ਹੈ, ਸ਼ਕਤੀ ਵਾਲਾ ਹੁੰਦਾ ਹੈ, ਕੋਈ ਰੂਹਾਨੀਅਤ ਪਾਵਰ ਵਾਲਾ ਹੁੰਦਾ ਹੈ, ਉਹ ਆਪਣੇ ਧਰਮ ਦਾ ਪ੍ਰਚਾਰ ਕਰ ਜਾਂਦਾ ਹੈ। ਸਰਬ ਪ੍ਰਕਾਰ ਬਿਰਧਾਵਨ ਕਰੈ, ਉਹ ਆਪਣੇ ਧਰਮ ਨੂੰ ਵਧਾ ਦਿੰਦਾ। ਜੇ ਬਾਬਾ ਰਾਮ ਰਾਏ ਸਾਡੇ ਧਰਮ 'ਚ ਆ ਗਿਆ, ਮੁਸਲਮਾਨ ਬਣ ਗਿਆ, ਤੇ ਜਿਹੜੇ ਲੱਖਾਂ ਲੋਕ ਇਹਦੀਆਂ ਕਰਾਮਾਤਾਂ ਵੇਖ ਕੇ ਗੁਰੂ ਨਾਨਕ ਦਾ ਨਾਂ ਲੈਂਦੇ ਨੇ, ਉਹ ਫਿਰ ਅੱਲਾਹੂ ਅੱਲਾਹੂ ਜਪਣ ਲੱਗ ਜਾਣਗੇ। ਉਹ ਫਿਰ ਮਸੀਤਾਂ 'ਚ ਆਉਣਗੇ, ਉਹ ਕੁਰਾਨ ਪੜ੍ਹਨਗੇ, ਉਹ ਇਸਲਾਮ ਦੇ ਦਾਇਰੇ 'ਚ ਆ ਜਾਣਗੇ। ਤੁਮ ਕੋਈ ਤੋ ਜਤਨ ਨਹਿ ਪਰੈ, ਕਹਿੰਦੇ ਬਈ ਆ ਬਾਦਸ਼ਾਹ ਸਲਾਮਤ, ਤੁਸੀਂ ਕੋਈ ਯਤਨ ਕਰੋ। ਤੁਸੀਂ ਇੰਨਾ ਚਿਰ ਹੋ ਗਿਆ ਰਾਮ ਰਾਏ ਨੂੰ ਮੁਸਲਮਾਨ ਨਹੀਂ ਬਣਾ ਸਕੇ, ਤੁਸੀਂ ਬਾਦਸ਼ਾਹ ਹੋ, ਇਹਨਾਂ ਦਾ ਕਰ ਦਿਓ ਵੀ ਇਸ ਬਾਬੇ ਰਾਮ ਰਾਏ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਓ, ਮੁਸਲਮਾਨ ਬਣਾਓ। ਇਹ ਏਕ ਜਗ ਤੁਰਕ ਪਹਿਨਾਵੈ, ਇਹ ਇਕੱਲਾ ਮੁਸਲਮਾਨ ਬਣ ਗਿਆ, ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਏਗਾ। ਦੇ ਸ਼ਰਦਾ ਅਜ਼ਮਤ ਦਿਖਰਾਵੈ, ਫਿਰ ਇਹ ਲੋਕਾਂ ਨੂੰ ਆਪਣੀਆਂ ਕਰਾਮਾਤਾਂ ਦਿਖਾ ਦਿਖਾ ਕੇ ਇਸਲਾਮ ਦਾ ਸ਼ਰਧਾਲੂ ਬਣਾ ਲੇਗਾ। ਕਿਉਂਕਿ ਦੁਨੀਆ ਤਾਂ ਕਰਾਮਾਤ ਵੇਖ ਕੇ ਫਟਾਫਟ ਸ਼ਰਧਾ ਕਰਨ ਲੱਗ ਜਾਂਦੀ ਹੈ। ਕੋਈ ਮਾੜੀ ਜੀ ਕਿਸੇ ਦੀ ਕਰਾਮਾਤ, ਮਾੜੀ ਜੀ ਕੋਈ ਸ਼ਕਤੀ ਦੇਖ ਲੈਣ, ਕਹਿੰਦੇ ਇਹ ਬਾਬਾ ਜੀ ਬਿਲਕੁਲ ਇਹਨਾਂ ਦੇ ਬਚਨ ਮੰਨਣੇ, ਤੇ ਫਿਰ ਸਾਰੀ ਉਮਰ ਉਹਦੇ ਦਾਸ ਬਣੇ ਰਹਿੰਦੇ ਆ ਲੋਕ। ਤੇ ਜੇ ਇਹ ਮੁਸਲਮਾਨ ਬਣ ਗਿਆ, ਅੱਜ ਤਾਂ ਇਹ ਬਾਬੇ ਨਾਨਕ ਦੀ ਬਾਣੀ ਪੜ੍ਹਾਉਂਦਾ ਹੈ ਨਾ ਕਰਾਮਾਤਾਂ ਦੇ ਨਾਲ, ਕੱਲ੍ਹ ਨੂੰ ਫਿਰ ਕੁਰਾਨ ਪੜ੍ਹਾਵੇਗਾ, ਲੋਕ ਇਸਲਾਮ ਦੇ ਵਿੱਚ ਆ ਜਾਣਗੇ। ਅਚਰਜ ਕਰੈ ਬੇ ਲੋਕਹਿ ਜਬਹੂ, ਜਦੋਂ ਇਹ ਲੋਕਾਂ ਨੂੰ ਕਰਾਮਾਤਾਂ ਦਿਖਾ ਕੇ ਹੈਰਾਨ ਕਰੇਗਾ, ਸਭ ਉਠ ਪਾਇਨ ਪਰ ਹੈ ਤਬਹੂ, ਸਾਰੇ ਉੱਠ ਉੱਠ ਕੇ ਦੇ ਪੈਰੀ ਪੈਣਗੇ। ਬਾਦਸ਼ਾਹ, ਜਿਹੜਾ ਤੁਹਾਡਾ ਮਿਸ਼ਨ ਹੈ ਨਾ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਦਾਇਰੇ 'ਚ ਲਿਆਉਣ ਦਾ, ਉਹ ਤਾਂ ਪੂਰਾ ਹੋਵੇਗਾ ਜੇ ਬਾਬਾ ਰਾਮ ਰਾਏ ਨੂੰ ਆਪਾਂ ਮੁਸਲਮਾਨ ਬਣਾ ਲਵਾਂਗੇ। ਜਿਸ ਬਿਦ ਕੀ ਸਿੱਖਿਆ ਦਿਖਰਾਵੈ, ਜਿੱਦਾਂ ਦੀ ਸਿੱਖਿਆ ਬਾਬਾ ਰਾਮ ਰਾਏ ਲੋਕਾਂ ਨੂੰ ਦਿੰਦਾ ਹੈ, ਉੱਦਾਂ ਦੀ ਲੋਕਾਂ ਨੇ ਮੰਨਣੀ ਹੈ। ਅੱਜ ਤਾਂ ਬਾਬਾ ਰਾਮ ਰਾਏ ਕਹਿੰਦਾ ਵੀ ਜਪਜੀ ਸਾਹਿਬ ਪੜ੍ਹੋ, ਅੱਜ ਬਾਬਾ ਰਾਮ ਰਾਏ ਕਹਿੰਦਾ ਆਸਾ ਦੀ ਵਾਰ ਪੜ੍ਹੋ, ਅੱਜ ਬਾਬਾ ਰਾਮ ਰਾਏ ਕਹਿੰਦਾ ਗੁਰੂ ਨਾਨਕ ਦਾ ਪੱਲਾ ਫੜੋ, ਕੱਲ੍ਹ ਨੂੰ ਇਹਨੇ ਕਹਿਣਾ ਕੁਰਾਨ ਪੜ੍ਹੋ ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨੋ, ਤੇ ਬਸ ਸਾਰੇ ਲੋਕ ਇਹਦੀ ਗੱਲ ਮੰਨਣਗੇ, ਸਾਰੇ ਮੁਸਲਮਾਨ ਬਣ ਜਾਣਗੇ। ਨੀਕੇ ਧਾਰਹਿ ਨਿਸ਼ਚਾ ਲਿਆਵਹਿ, ਜਿਹੜੇ ਇਹਦਾ ਬਚਨ ਸੁਣਦੇ ਆ, ਮੰਨ ਲੈਂਦੇ ਆ, ਇਹਦੇ ਕੋਲ ਸ਼ਕਤੀ ਹੈ, ਇਹਦੇ ਕੋਲ ਕਰਾਮਾਤ ਹੈ, ਇਹਦੀ ਪਾਵਰ ਹੈ। ਤੇ ਜੇ ਇਹਦੀ ਪਾਵਰ ਆਪਾਂ ਇਸਲਾਮ ਦੇ ਪ੍ਰਚਾਰ ਲਈ ਵਰਤ ਲਈਏ ਤੇ ਸਾਡਾ ਕਿੱਡਾ ਵੱਡਾ ਫਾਇਦਾ ਹੋਵੇਗਾ। ਬਲ ਛਲ ਤੇ ਇਸ ਤੁਰਕ ਬਨਾਵੋ, ਇਹ ਬਾਦਸ਼ਾਹ ਸਲਾਮਤ ਜਿੱਦਾਂ ਵੀ ਹੋਵੇ, ਬਲ ਛਲ ਕਰਕੇ, ਗੱਲਾਂ ਬਾਤਾਂ ਨਾਲ, ਲਾਲਚ ਦੇ ਕੇ, ਵਡਿਆਈ ਕਰਕੇ, ਕਿਸੇ ਨਾ ਕਿਸੇ ਸਾਜ਼ਿਸ਼ ਜਿਹਨੂੰ ਫਸਾ ਕੇ ਮੁਸਲਮਾਨ ਬਣਾ ਲਈਏ, ਰਾਵਰ ਮਨ ਬਾਛਤ ਕੋ ਪਾਵੋ, ਤੇ ਮਨ ਬਾਛਤ ਫਲ ਤੁਹਾਨੂੰ ਮਿਲੇਗਾ। ਜੋ ਵੀ ਤੁਸੀਂ ਚਾਹੁੰਦੇ ਹੋ ਨਾ ਵੀ ਅਸੀਂ ਸਾਰੇ ਦੇਸ਼ ਨੂੰ, ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਕਰਨਾ ਹੈ, ਕੋਈ ਵੀ ਹਿੰਦੂ, ਜੈਨੀ, ਬੋਧੀ, ਸਿੱਖ ਰਹਿਣ ਨਹੀਂ ਦੇਣਾ, ਤਾਂ ਬਸ ਉਹਦਾ ਇੱਕੋ ਹੀ ਤਰੀਕਾ ਹੈ, ਇੱਕ ਬੰਦਾ ਤੁਸੀਂ ਕਾਬੂ ਕਰ ਲਓ ਰਾਮ ਰਾਏ, ਲੱਖਾਂ ਕਰੋੜਾਂ ਹਿੰਦੂ, ਜੈਨੀ, ਬੋਧੀ, ਸਿੱਖ ਜਿਹੜੇ ਮੁਸਲਮਾਨ ਅਜੇ ਤੱਕ ਨਹੀਂ ਬਣੇ, ਝਟਪਟ ਮੁਸਲਮਾਨ ਬਣ ਜਾਣਗੇ। ਬਦਹਿ ਦੀਨ ਹੋਏ ਸ਼ਰਾ ਮਝਾਰੀ, ਜੇ ਬਾਬਾ ਰਾਮ ਰਾਏ ਸਾਡੀ ਸ਼ਰ੍ਹਾ ਨੂੰ ਮੰਨ ਜਾਵੇ ਤੇ ਦੀਨ ਬੜਾ ਵਧੇਗਾ, ਇਸਲਾਮ ਦਾ ਬੜਾ ਵਾਧਾ ਹੋਵੇਗਾ। ਕਲਮਾ ਪਠੈ ਹਰਖ ਕਰ ਭਾਰੀ, ਸਾਰੇ ਲੋਕ ਖੁਸ਼ੀ ਖੁਸ਼ੀ ਕਲਮਾ ਪੜ੍ਹ ਲੈਣਗੇ, ਮੁਸਲਮਾਨ ਬਣ ਜਾਣਗੇ। ਸੁਨਤ ਸ਼ਾਹੋ ਮਨ ਤੇ ਲਲਚਾਵਾ, ਇਹ ਸੁਣ ਕੇ ਬਾਦਸ਼ਾਹ ਦੇ ਮਨ 'ਚ ਵੀ ਲਾਲਚ ਪੈਦਾ ਹੋ ਗਿਆ। ਸਾਧ ਸੰਗਤ ਜੀ, ਔਰੰਗਜ਼ੇਬ ਦੇ ਬਾਰੇ ਜਫਰਨਾਮੇ 'ਚ ਸਤਿਗੁਰੂ ਜੀ ਨੇ ਲਿਖਿਆ ਨਾ, ਮਰਾ ਐਤਬਾਰੇ ਬਰੀ ਕਸਮ ਨੇਸ ਕੇ ਦਗਵਾਸ ਜਜਦਾ ਜਕੇਸ ਨ ਕਤਰ ਹੈ, ਮਰਾ ਐਤਬਾਰੇ ਬਰੋਸਤ ਕੇ ਬਖਸ਼ੀਵਾ ਦੀਵਾ ਹਮੈ ਕਿਜਬ ਗੋਸਤ। ਸਤਿਗੁਰੂ ਕਹਿੰਦੇ ਔਰੰਗਜ਼ੇਬ ਤੇਰੀਆਂ ਕਸਮਾਂ ਤੇ ਤੇਰੇ ਬਚਨ ਤੇ ਕੋਈ ਭਰੋਸਾ ਨਹੀਂ, ਤੇਰੇ ਦਰਬਾਰੀ, ਤੇਰੇ ਬਖਸ਼ੀ ਦੀਵਾਨ ਸਾਰੇ ਝੂਠ ਬੋਲਣ ਵਾਲੇ,
ਸਾਰਾ ਤੇਰਾ ਮਹਿਕਮਾ, ਸਾਰਾ ਤੇਰਾ ਅਮਲਾ, ਜਿੰਨਾ ਵੀ ਤੇਰੇ ਆਲੇ ਦੁਆਲੇ ਸਾਰੇ ਮਕਾਰ, ਧੋਖੇਬਾਜ਼, ਬੇਈਮਾਨ, ਕਪਟੀ ਬੰਦੇ। ਬਾਦਸ਼ਾਹ ਔਰੰਗਜ਼ੇਬ ਦਾ ਕੋਈ ਇੱਕ ਨਿਸ਼ਚਾ ਥੋੜ੍ਹਾ ਸੀ, ਇੱਕਦਮ ਹੀ ਬਿਲਟ ਜਾਂਦਾ ਸੀ। ਤਾਂ ਬਾਬੇ ਰਾਮ ਰਾਏ ਦੇ ਉੱਤੇ ਜਿੰਨੀ ਕੁ ਸ਼ਰਧਾ ਰੱਖਦਾ ਸੀ, ਕਰਾਮਾਤਾਂ ਵੇਖ ਵੇਖ ਕੇ ਅੱਜ ਫਿਰ ਇਰਾਦਾ ਬਦਲ ਲਿਆ। ਕਹਿਣ ਲੱਗਾ ਗੱਲ ਤੇ ਚੰਗੀ ਕਹਿੰਦੇ ਪਏ ਨੇ ਮੇਰੇ ਬੰਦੇ, ਜੇ ਇਹ ਰਾਮ ਰਾਏ ਨੂੰ ਆਪਾਂ ਮੁਸਲਮਾਨ ਬਣਾ ਲਈਏ, ਇਹਨੂੰ ਆਪਾਂ ਕਲਮਾ ਪੜ੍ਹਾ ਲਈਏ, ਇਸਲਾਮ ਦੇ ਵਿੱਚ ਲੈ ਆਈਏ, ਬਸ ਫਿਰ ਤਾਂ ਇਸਲਾਮ ਦਾ ਦਾਇਰਾ ਬਹੁਤ ਵੱਡਾ ਹੋ ਜਾਵੇਗਾ। ਤੁਰਕ ਬਨੈ ਕੋ ਰਚੈ ਉਪਾਵਾ। ਕੋਈ ਇਹੋ ਜਿਹਾ ਉਪਾਅ ਕਰੀਏ, ਕੋਈ ਇਹੋ ਜਿਹਾ ਯਤਨ ਕਰੀਏ ਵੀ ਇਹ ਮੁਸਲਮਾਨ ਬਣ ਜਾਵੇ, ਤੁਰਕ ਬਣ ਜਾਵੇ। ਸਭ ਸੁਖੇਨ ਤਵ ਹੋਏ ਮਨ ਭਾਈ। ਫਿਰ ਜੋ ਅਸੀਂ ਚਾਹੁੰਦੇ ਹਾਂ ਵੀ ਸਾਰਾ ਹਿੰਦੁਸਤਾਨ ਮੁਸਲਮਾਨ ਬਣੇ, ਮਨ ਭਾਉਣ ਦੀ ਗੱਲ ਹੋ ਜਾਏਗੀ, ਸੌਖਿਆ ਹੀ ਹੋ ਜਾਏਗੀ। ਇਸ ਪਿਛੇ ਬਨ ਹੈ ਸਮੁਦਾਈ। ਇਹਦੇ ਪਿੱਛੇ ਸਾਰੀ ਦੁਨੀਆ ਮੁਸਲਮਾਨ ਬਣ ਜਾਏਗੀ। ਆਜ ਨਿਸਾ ਮੈਂ ਸਭਾ ਲਗਾਏ। ਬਾਦਸ਼ਾਹ ਕਹਿਣ ਲੱਗਾ ਅੱਜ ਰਾਤ ਆਪਾਂ ਕਚਹਿਰੀ ਲਾਵਾਂਗੇ, ਅੱਜ ਆਪਾਂ ਰਾਤ ਨੂੰ ਆਪਣੀ ਸਭਾ ਲਾਵਾਂਗੇ, ਕੋਈ ਦੀਵਾਨ ਲਾਵਾਂਗੇ, ਇਸ ਦੀਵਾਨੇ ਖਾਸ ਵਿੱਚ ਰੋਕੈ ਦੁਰਗ ਬਿਖੈ ਨਹਿ ਜਾਏ। ਤੇ ਬਾਬੇ ਰਾਮ ਰਾਏ ਨੂੰ ਰਾਤ ਦੇਰ ਕਰ ਦਿਆਂਗੇ, ਤੇ ਇਹੋ ਜਿਹਾ ਕੋਈ ਤਰੀਕਾ ਕਰਾਂਗੇ ਵੀ ਬਾਬਾ ਰਾਤ ਕਿਲੇ 'ਚ ਹੀ ਰੁਕ ਜਾਵੇ। ਅਪਨੋ ਖਾਣਾ ਪੁਨਹ ਖਵਾਵਹਿ। ਤੇ ਫਿਰ ਉਹਨੂੰ ਆਪਣਾ ਖਾਣਾ ਖਵਾਵਾਂਗੇ, ਗਊ ਦਾ ਮਾਸ ਖਵਾਵਾਂਗੇ, ਤੇ ਮਜਬੂਰੀ ਨਾਲ ਉਹਨੂੰ ਖਾਣਾ ਪਏਗਾ। ਜਦੋਂ ਸਾਡਾ ਖਾਣਾ ਖਾ ਲੇਗਾ ਤੇ ਉਸ ਵੇਲੇ ਉਹਦੀ ਮੱਤ ਸਾਡੇ ਵਾਲੀ ਹੋ ਜਾਏਗੀ। ਸਾਧ ਸੰਗਤ ਜੀ, ਜੈਸਾ ਅੰਨ ਵੈਸਾ ਮਨ, ਜਿਹੋ ਜਿਹਾ ਅਸੀਂ ਭੋਜਨ ਛਕਦੇ ਹਾਂ ਨਾ, ਉਹੋ ਜਿਹੀ ਸਾਡੀ ਬਿਰਤੀ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਨੇ ਖਾਲਸੇ ਨੂੰ ਵਿਵੇਕ ਬੁੱਧੀ ਦਿੱਤੀ ਹੈ ਵੀ ਖਾਣਾ ਵੀ ਜਿਹੜਾ ਹੈ ਉਹ ਤਿਆਰ ਗੁਰਸਿੱਖਾਂ ਦੇ ਹੱਥੋਂ ਹੀ ਲੈ ਕੇ ਖਾਵੇ। ਅਤੇ ਜਿਹੜਾ ਕੱਚੇ ਪਿੱਲਿਆਂ ਦੇ ਹੱਥੋਂ ਲੈ ਗਿਆ, ਆਪਾਂ ਜਿੱਥੋਂ ਤੰਬਾਕੂ ਖਾਣ ਵਾਲਿਆਂ ਦੇ, ਗਊ ਦਾ ਮਾਸ ਖਾਣ ਵਾਲਿਆਂ ਦੇ, ਹੋਰ ਲੋਕਾਂ ਦੇ ਹੱਥੋਂ ਖਾਣਾ ਖਾ ਲੈਂਦੇ ਹਾਂ, ਉਹਦਾ ਸਾਡੀ ਬਿਰਤੀ 'ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਨੇ ਕਿਹਾ, ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ ਸਦਾ ਬਸੈ ਸ਼ੈਤਾਨ। ਭਾਵ ਜਿਹੜੇ ਬੇਦੀਨ ਭਾਵ ਪਰਮੇਸ਼ਰ ਤੋਂ, ਨਾਮ ਬਾਣੀ ਤੋਂ, ਸੇਵਾ ਸਿਮਰਨ ਤੋਂ, ਜਪ ਤਪ ਤੋਂ ਟੁੱਟੇ ਹੋਏ ਹਨ, ਨਾਸਤਿਕ ਲੋਕ ਹਨ, ਜਿਨ੍ਹਾਂ ਦੀ ਬੁੱਧੀ ਪਾਪਾਂ ਵਿੱਚ ਫਸੀ ਹੋਈ ਹੈ, ਉਹਨਾਂ ਨਾਲ ਦੋਸਤੀ ਕਰਨੀ, ਉਹਨਾਂ ਦਾ ਖਾਣਾ ਖਾਣਾ ਸਾਡੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੰਦਾ ਹੈ। ਉਹਨਾਂ ਨੇ ਤਾਂ ਵਾਹਿਗੁਰੂ ਦੀ ਸਿਫਤ ਕਦੀ ਕਰਨੀ ਨਹੀਂ, ਹਰ ਵੇਲੇ ਮਨ 'ਚ ਖੋਟੀਆਂ ਗੱਲਾਂ ਹੀ ਸੋਚਣੀਆਂ ਨੇ, ਅਤੇ ਖੋਟੇ ਬੰਦਿਆਂ ਦੀ ਸੰਗਤ ਖੋਟੇ ਪਾਸੇ ਲੈ ਜਾਂਦੀ ਹੈ। ਬਾਦਸ਼ਾਹ ਔਰੰਗਜ਼ੇਬ ਅੱਜ ਸਲਾਹ ਕਰਦਾ ਆਪਣੇ ਕਾਜ਼ੀਆਂ ਮੁਲਾਣਿਆਂ ਨਾਲ ਵੀ ਅਸੀਂ ਬਾਬੇ ਰਾਮ ਰਾਏ ਨੂੰ ਆਪਣਾ ਖਾਣਾ ਖਵਾਵਾਂਗੇ। ਜਿਉ ਕਿਉ ਕਰ ਇਸ ਧਰਮ ਗਿਰਾਵਾ ਹੈ। ਜਿਵੇਂ ਵੀ ਹੋਵੇ ਅੱਜ ਰਾਤ ਆਪਾਂ ਜ਼ੋਰ ਲਾਣਾ, ਇਹਦਾ ਧਰਮ ਤੋੜ ਦੇਣਾ। ਜਦੋਂ ਇਹ ਸਾਡਾ ਖਾਣਾ ਖਾਏਗਾ, ਸਾਡੇ ਕੋਲ ਬੈਠੇ ਉੱਠੇਗਾ, ਇਹਦਾ ਧਰਮ ਭ੍ਰਿਸ਼ਟ ਕਰ ਦਿਆਂਗੇ। ਦਰਬਾਨਨ ਸੰਗ ਸ਼ਾਹ ਉਚਾਰੇ। ਕਹਿੰਦੇ ਬਾਦਸ਼ਾਹ ਨੇ ਆਪਣੇ ਦਰਬਾਨਾਂ ਨੂੰ, ਆਪਣੇ ਜਿੰਨੇ ਵੀ ਦਰਬਾਰ ਦੇ ਵਿੱਚ ਬੰਦੇ ਸਨ, ਉਹਨਾਂ ਨੂੰ ਆਖਿਆ, ਗੁਰਸੁਤ ਅੰਤਰ ਰੱਖ ਦੇਹ ਤਾਰੇ। ਜਿਹੜੇ ਲਾਲ ਕਿਲੇ ਦੇ ਦਰਵਾਜ਼ੇ ਦੇ ਉੱਤੇ ਵੱਡੇ ਪਹਿਰੇਦਾਰ ਹੁੰਦੇ, ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ, ਉਹਨਾਂ ਨੂੰ ਬੁਲਾ ਲਿਆ ਬਾਦਸ਼ਾਹ ਨੇ। ਕਹਿਣ ਲੱਗੇ ਅਸੀਂ ਅੱਜ ਰਾਤ ਨੂੰ ਦੀਵਾਨ ਲਾਣਾ, ਅਤੇ ਤੁਸੀਂ ਬਾਹਰਲਾ ਗੇਟ ਰਾਤ ਦਾ ਟਾਈਮ ਨਾਲ ਬੰਦ ਕਰ ਦਿਆ ਜੇ, ਵੱਡਾ ਦਰਵਾਜ਼ਾ ਬੰਦ ਕਰ ਦਿਆ ਜੇ, ਤਾਲਾ ਲਾ ਦਿਆ ਜੇ, ਬਾਬੇ ਰਾਮ ਰਾਏ ਨੂੰ ਬਾਹਰ ਨਹੀਂ ਨਿਕਲਣ ਦੇਣਾ। ਨਿਕਸਨ ਕੋ ਜਬ ਧੁਮਟ ਗਿਆ ਵਹਿ। ਜਦੋਂ ਬਾਬਾ ਰਾਮ ਰਾਏ ਪਾਲਕੀ 'ਚ ਬਹਿ ਕੇ ਕਿਲੇ ਤੋਂ ਬਾਹਰ ਜਾਣ ਲੱਗੇਗਾ, ਤੁਹਾਡੇ ਕੋਲ ਆਵੇਗਾ, ਨਹਿ ਖੋਲੋ ਤਬ ਅਟਕ ਰਹਾਵੈ। ਤੇ ਤੁਸੀਂ ਬੂਹਾ ਨਾ ਖੋਲਿਆ ਜੇ, ਆਪੇ ਅੰਦਰ ਰੁਕਿਆ ਰਹੇਗਾ। ਤੇ ਜਦੋਂ ਰਾਤ ਨੂੰ ਭੁੱਖ ਲੱਗੇਗੀ, ਫਿਰ ਖਾਣਾ ਅਸੀਂ ਕਹਾਂਗੇ ਬਾਬਾ ਜੀ ਇੱਥੇ ਹੀ ਖਾ ਲਓ, ਸਾਡੀ ਪੱਕੀ ਹੋਈ ਰੋਟੀ ਖਾ ਲਓ। ਤੁਮ ਕਹਤੇ ਹੋ ਨਾ ਤਾਰੀ ਹਾਂ। ਜਦੋਂ ਤੁਹਾਨੂੰ ਰਾਮ ਰਾਏ ਕਹੇਗਾ ਵੀ ਬੂਹਾ ਖੋਲੋ, ਅਸੀਂ ਜਾਣਾ ਹੈ, ਤੁਸੀਂ ਆਖਿਆ ਜੇ ਵੀ ਚਾਬੀ ਤਾਂ ਜਮ੍ਹਾਂ ਹੋ ਗਈ ਹੈ। ਰਾਤ ਨੂੰ ਕਿਲੇ ਦੀਆਂ ਚਾਬੀਆਂ
ਜਮ੍ਹਾਂ ਕਰ ਲਈਆਂ ਜਾਂਦੀਆਂ, ਸਵੇਰ ਤੱਕ ਦਰਵਾਜ਼ਾ ਖੁੱਲ੍ਹ ਨਹੀਂ ਸਕਦਾ। ਪਹੁੰਚੀ ਸ਼ਾਹੋ ਸਥਿਤ ਹੈ ਜਹਾਂ। ਕਿਲੇ ਦੀ ਚਾਬੀ ਬਾਦਸ਼ਾਹ ਦੇ ਕੋਲ ਪਹੁੰਚ ਗਈ ਹੈ। ਹੁਣ ਬਾਦਸ਼ਾਹ ਉੱਠੇਗਾ ਸਵੇਰੇ ਤੇ ਤਾਂ ਤਾਲਾ ਖੋਲਾਂਗੇ। ਇਮ ਕਹਿ ਤੂਸ਼ਨ ਹੋਏ ਕਰ ਰਹੋ। ਤੇ ਬਸ ਤੁਸੀਂ ਚੁੱਪ ਕਰ ਜਾ ਜੇ, ਅੱਗੋਂ ਫਿਰ ਬਹੁਤੀ ਗੱਲਬਾਤ ਨਾ ਕਰਿਆ ਜੇ, ਕਹਿ ਦਿਆ ਜੇ ਵੀ ਹੁਣ ਤਾਲਾ ਖੁੱਲ੍ਹ ਨਹੀਂ ਸਕਦਾ। ਨਿਕਸਨ ਥਾਨ ਪਾਏ ਨਹਿ ਲਹੋ। ਤੇ ਹੋਰ ਕੋਈ ਕਿਲੇ ਚੋਂ ਨਿਕਲਣ ਦਾ ਰਸਤਾ ਨਹੀਂ ਹੈ, ਦਰਵਾਜ਼ੇ ਬੰਦ ਹੋਣਗੇ, ਕਿੱਥੇ ਜਾਏਗਾ? ਬਾਬਾ ਰਾਮ ਰਾਏ ਕਿਲੇ 'ਚ ਹੀ ਰਾਤ ਕੱਟੇਗਾ, ਸਾਡੇ ਕੋਲ ਹੀ ਸੌਵੇਗਾ, ਸਾਡਾ ਹੀ ਖਾਣਾ ਖਾਵੇਗਾ, ਫਿਰ ਅਸੀਂ ਇਹਨੂੰ ਆਪਣੇ ਧਰਮ ਦੇ ਵਿੱਚ ਫਸਾ ਲਵਾਂਗੇ। ਸਾਦਰ ਕਹੋ ਨਾ ਬੋਲੋ ਫੇਰ। ਤੇ ਬੇਨਤੀ ਹੱਥ ਜੋੜ ਕੇ ਸਤਿਕਾਰ ਨਾਲ ਹੀ ਕਰਿਆ ਜੇ। ਇੱਕ ਵਾਰੀ ਕਹਿ ਦਿਆ ਜੇ ਵੀ ਬਾਬਾ ਜੀ ਚਾਬੀ ਤਾਂ ਜਿਹੜੀ ਸੀ ਉਹ ਤਾਲਾ ਲਾ ਕੇ ਅਸੀਂ ਭੇਜ ਬੈਠੇ ਹਾਂ ਬਾਦਸ਼ਾਹ ਕੋਲ, ਤੇ ਹੁਣ ਤੇ ਸਵੇਰੇ ਹੀ ਦਰਵਾਜ਼ਾ ਖੁੱਲ੍ਹ ਸਕਦਾ ਹੈ। ਬਸ ਦੁਬਾਰਾ ਤੁਸੀਂ ਬੋਲਿਆ ਜੇ ਨਾ, ਫਿਰ ਚੁੱਪ ਕਰ ਜਾ ਜੇ। ਹਟਕ ਰਹਿ ਕੋ ਤਾਰੋ ਹੇਰ। ਤੇ ਕਿਲੇ ਨੂੰ ਤਾਲਾ ਵੱਜਾ ਵੇਖ ਕੇ ਬਾਬਾ ਰਾਮ ਰਾਏ ਅੰਦਰ ਹੀ ਟਿਕਿਆ ਰਹੇਗਾ, ਹਟਕ ਜਾਏਗਾ ਜਾਣ ਤੋਂ। ਇਹ ਮਸਲਾ ਨੋ ਰੰਗ ਨੇ ਕਰੀ। ਇਸ ਤਰ੍ਹਾਂ ਔਰੰਗੇ ਪਾਪੀ ਨੇ ਆਪਣੇ ਕਾਜ਼ੀਆਂ ਮੁਲਾਣਿਆਂ ਦੀ ਸਲਾਹ ਨਾਲ ਇਹ ਵਿਚਾਰ ਕਰ ਲਈ। ਦਰਵਾਜ਼ੇ ਦੇ ਜਿਹੜੇ ਪਹਿਰੇਦਾਰ ਸਨ, ਖਾਸ ਵੱਡੇ ਅਫਸਰ ਬੁਲਾਏ, ਦਰਬਾਨ ਜਿਹੜੇ ਸਨ ਉਹਨਾਂ ਨੂੰ ਕਹਿਦਾ ਵੀ ਆਪਣੇ ਨੌਕਰਾਂ ਨੂੰ ਇਹ ਕਹਿਣਾ ਬਈ ਤਾਲਾ ਖੋਲ੍ਹਣਾ ਨਹੀਂ, ਜਿੰਨਾ ਮਰਜ਼ੀ ਬਾਬਾ ਰਾਮ ਰਾਏ ਕਹੀ ਜਾਵੇ। ਮੂੜ ਮਲਾਨ ਕਹੇ ਮਤ ਹਰੀ। ਮੂਰਖ ਮੁਲਾਣਿਆਂ ਦੇ ਆਖੇ ਲੱਗ ਕੇ ਬਾਦਸ਼ਾਹ ਦੀ ਬੁੱਧੀ ਤੇ ਵੀ ਪੜਦਾ ਪੈ ਗਿਆ। ਸਭਾ ਜਾਮਨੀ ਬਿਖੈ ਲਗਾਈ। ਸਾਧ ਸੰਗਤ ਜੀ, ਰਾਤ ਨੂੰ ਬਾਦਸ਼ਾਹ ਨੇ ਕਚਹਿਰੀ ਲਾਈ। ਅੱਜ ਅੱਗੇ ਤਾਂ ਦਿਨੇ ਕਚਹਿਰੀ ਲਾਉਂਦਾ ਸੀ, ਅੱਜ ਰਾਤ ਦਾ ਕੋਈ ਪ੍ਰੋਗਰਾਮ ਰੱਖ ਲਿਆ, ਮਜਲਿਸ ਰੱਖ ਲਈ ਵੀ ਰਾਤ ਨੂੰ ਅੱਜ ਸਾਡੇ ਕਿਲੇ ਵਿੱਚ ਮਜਲਿਸ ਲੱਗੇਗੀ ਵਿਦਵਾਨਾਂ ਦੀ, ਗੁਣੀਆਂ ਦੀ, ਰਾਗੀਆਂ ਢਾਡੀਆਂ ਦੀ, ਜਿਹੜੇ ਬਾਦਸ਼ਾਹ ਦੇ ਦਰਬਾਰ ਵਿੱਚ ਉਲਮਾ ਲੋਕ ਨੇ, ਆਲਮ ਲੋਕ ਨੇ। ਬਾਬੇ ਰਾਮ ਰਾਏ ਨੂੰ ਵੀ ਸੱਦਾ ਭੇਜ ਦਿੱਤਾ। ਆਨ ਭਏ ਮਾਨਵ ਸਮੁਦਾਇ। ਸ਼ਾਮ ਦੇ ਦੀਵਾਨ ਵਿੱਚ, ਦੀਵਾਨੇ ਖਾਸ ਵਿੱਚ ਸਾਰੇ ਵੱਡੇ ਵੱਡੇ ਅਫਸਰ, ਵੱਡੇ ਵੱਡੇ ਉਲਮਾ ਲੋਕ ਇਕੱਠੇ ਹੋ ਗਏ। ਤਬ ਸ੍ਰੀ ਰਾਮ ਰਾਏ ਚਲ ਆਏ। ਬਾਬਾ ਜੀ ਨੂੰ ਵੀ ਸੱਦਾ ਦਿੱਤਾ ਤੇ ਬਾਬਾ ਰਾਮ ਰਾਏ ਜੀ ਵੀ ਲਾਲ ਕਿਲੇ ਦੇ ਵਿੱਚ ਆ ਗਏ। ਜਿਸ ਪ੍ਰਤਾਪ ਤੁਰਕਨ ਪਰ ਛਾਏ। ਜਿਨ੍ਹਾਂ ਦੀ ਮਹਿਮਾ, ਜਿਨ੍ਹਾਂ ਦਾ ਪ੍ਰਤਾਪ ਤੁਰਕਾਂ ਤੇ ਛਾਇਆ ਹੋਇਆ ਹੈ। ਉਤਰ ਪਾਲਕੀ ਤੇ ਤਹ ਗਇਓ। ਬਾਬਾ ਰਾਮ ਰਾਏ ਜੀ ਪਾਲਕੀ ਤੋਂ ਉਤਰੇ ਤੇ ਬਾਦਸ਼ਾਹ ਦੇ ਦੀਵਾਨੇ ਖਾਸ ਵਿੱਚ ਪਹੁੰਚ ਗਏ। ਸ਼ਾਹੋ ਸਭਾ ਮਹਿ ਹੇਰਤ ਭਇਓ। ਤੇ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਬਾਦਸ਼ਾਹ ਨੂੰ ਵੇਖਿਆ ਹੈ। ਸਨਮਾਨਤ ਕੈ ਸ਼ਾਹੋ ਬਿਠਾਵਾ। ਬਾਦਸ਼ਾਹ ਨੇ ਆਓ ਬਾਬਾ ਜੀ, ਜੀ ਆਇਆਂ ਨੂੰ ਕਹਿ ਕੇ ਬੜੇ ਸਨਮਾਨ ਦੇ ਨਾਲ ਚੌਂਕੀ ਤੇ ਬਿਠਾਇਆ ਹੈ। ਸਭਨ ਬਿਖੈ ਊਚੋ ਦੁੱਤ ਪਾਵਾ। ਸਾਰੀ ਕਚਹਿਰੀ 'ਚ ਸਭ ਤੋਂ ਉੱਚੀ ਚੌਂਕੀ ਤੇ ਬਾਬਾ ਜੀ ਬੈਠੇ ਸੋਭਾ ਪਾ ਰਹੇ ਨੇ। ਅਨਕ ਪ੍ਰਕਾਰਨ ਕੇਰ ਪ੍ਰਸੰਗ। ਬਾਦਸ਼ਾਹ ਦੀ ਕਚਹਿਰੀ ਲੱਗੀ, ਰਾਤ ਦੀ ਮਜਲਿਸ ਲੱਗੀ ਸੀ ਖਾਸ, ਦੀਵਾਨੇ ਖਾਸ। ਉਹ ਦੀਵਾਨੇ ਖਾਸ ਤੇ ਦੀਵਾਨੇ ਆਮ ਦੋ ਬਿਲਡਿੰਗਾਂ ਹਨ। ਜਦੋਂ ਅਸੀਂ ਲਾਲ ਕਿਲੇ 'ਚ ਵੜਦੇ ਹਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਈ ਮੋਤੀ ਮਸਜਿਦ ਲਾਲ ਕਿਲੇ ਦੇ ਵਿੱਚ, ਇਸੇ ਤਰ੍ਹਾਂ ਹੀ ਦੀਵਾਨੇ ਖਾਸ, ਦੀਵਾਨੇ ਆਮ ਅਤੇ ਕਈ ਤਰ੍ਹਾਂ ਦੀਆਂ ਬਿਲਡਿੰਗਾਂ ਬਣੀਆਂ ਹੋਈਆਂ ਹਨ। ਸੋ ਜਿਹੜੀ ਦੀਵਾਨੇ ਆਮ ਹੈ ਉਹ ਤਾਂ ਸਾਹਮਣੇ ਵੱਡੀ ਹੈ, ਜਿੱਥੇ ਸਾਰੇ ਲੋਕਾਂ ਦੀਆਂ ਫਰਿਆਦਾਂ ਸੁਣੀਆਂ ਜਾਂਦੀਆਂ ਸੀ, ਉਹਦੇ ਵਿੱਚ ਤਾਂ ਹਰ ਕੋਈ ਆ ਸਕਦਾ ਸੀ। ਅਤੇ ਦੀਵਾਨੇ ਖਾਸ ਸੰਗੇ ਮਰਮਰ, ਚਿੱਟੇ ਸੰਗਮਰਮਰ ਦਾ ਬਣਿਆ ਹੋਇਆ, ਉਹਦੇ ਵਿੱਚ ਸਿਰਫ ਖਾਸ ਬੰਦੇ ਜਿਹੜੇ ਬਹੁਤ ਵੱਡੇ ਬਾਦਸ਼ਾਹ ਦੇ ਨਿਕਟਵਰਤੀ ਅਫਸਰ ਨੇ ਉਹ ਹੀ ਆ ਸਕਦੇ ਨੇ। ਦੀਵਾਨੇ ਖਾਸ ਦੇ ਵਿੱਚ ਕਹਿ ਲਓ ਵੀ 100-200 ਬੰਦਾ ਆ ਸਕਦਾ, ਅਤੇ ਦੀਵਾਨੇ ਆਮ ਦੇ ਵਿੱਚ 1000-1500 ਬੰਦਾ ਆ ਸਕਦਾ, ਖੜ੍ਹ ਸਕਦਾ। ਸੋ ਦੀਵਾਨੇ ਖਾਸ ਦੇ ਵਿੱਚ ਅੱਜ ਰਾਤ ਦੀ ਮਜਲਿਸ ਲੱਗੀ ਤੇ ਬਾਦਸ਼ਾਹ ਦੇ ਦਰਬਾਰ 'ਚ ਬਾਬਾ ਰਾਮ ਰਾਏ ਜੀ ਜਾ ਬੈਠੇ ਹਨ। ਬੋਲਤ ਸੁਨਤ ਸਰਬ ਹਿਤ ਸੰਗ। ਬਾਦਸ਼ਾਹ ਸਾਰਿਆਂ ਨਾਲ ਗੱਲਾਂ ਬਾਤਾਂ ਕਰਦਾ ਰਿਹਾ। ਜਿਹੜੀ ਵੀ ਗੱਲਬਾਤ ਸੀ, ਕੋਈ ਮਸਲੇ ਸੀ ਹਿੰਦੁਸਤਾਨ ਦੇ ਸੂਬਿਆਂ ਦੇ, ਹੋਰ ਕਈ ਰਾਜਨੀਤਿਕ ਗੱਲਾਂ, ਕੋਈ ਧਾਰਮਿਕ ਗੱਲਾਂ,
ਕੋਈ ਸਮਾਜਿਕ ਗੱਲਾਂ ਹੁੰਦੀਆਂ ਰਹੀਆਂ। ਰਹਿਣ ਸਭਾ ਕੋ ਸਮੇਜ ਤੇਕ, ਜਿੰਨਾ ਚਿਰ ਉਹ ਮਜਲਿਸ ਲੱਗਣੀ ਸੀ 2-2.5 ਘੰਟੇ 3 ਘੰਟੇ, ਰਾਤ ਦੇ 10-11 ਵੱਜ ਗਏ। ਬਿਗਸਤ ਦਿਓ ਬਤਾਏ ਤਿਤੇਕ, ਉਹਨਾਂ ਕੁ ਸਮਾਂ ਪਹਿਲਾਂ ਹੀ ਨਿਸ਼ਚਿਤ ਕਰ ਲਿਆ ਵੀ 12-11 ਵਜੇ ਤੱਕ ਰਾਤ ਨੂੰ ਮਜਲਿਸ ਲੱਗਣੀ ਹੈ। ਸਾਰੇ ਉੱਥੇ ਬੈਠੇ ਰਹੇ ਆ ਕੇ। ਸਨੇ ਸਨੇ ਪੁਨੇ ਉੱਠ ਕਰ ਚਾਲੇ, ਫਿਰ ਹੌਲੇ ਹੌਲੇ ਬਾਦਸ਼ਾਹ ਦੀ ਕਚਹਿਰੀ ਚੋਂ ਸਾਰੇ ਉੱਠ ਕੇ ਜਾਣ ਲੱਗੇ ਹਨ। ਜੇ ਉਮਰਾਵ ਸਮਾਜ ਬਿਸਾਲੇ, ਜਿਹੜੇ ਬੜੇ ਵੱਡੇ ਉਮਰਾਵ ਹਨ, ਬਾਦਸ਼ਾਹ ਦੇ ਅਫਸਰ ਹਨ, ਵਿਦਾਇਗੀ ਲਈ ਹੈ ਬਾਦਸ਼ਾਹ ਕੋਲੋਂ। ਰਾਮ ਰਾਏ ਸੰਗ ਬਾਤਨ ਛਿਰਿਓ, ਬਾਦਸ਼ਾਹ ਬਾਬਾ ਰਾਮ ਰਾਏ ਜੀ ਨਾਲ ਜਾਣ ਕੇ ਲੰਮੀਆਂ ਗੱਲਾਂ ਛੇੜੀ ਬੈਠਾ ਰਿਹਾ। ਸਮਾ ਬਿਤਾਵਨ ਅਦਕਾ ਕਰਿਓ, ਜਾਣ ਬੁੱਝ ਕੇ ਬਾਦਸ਼ਾਹ ਨੇ ਸਮਾਂ ਜ਼ਿਆਦਾ ਬਤੀਤ ਕਰਤਾ ਵੀ ਜਿਹੜੇ ਛੋਟੇ ਅਫਸਰ ਨੇ ਬਾਹਰ ਜਿਨ੍ਹਾਂ ਨੇ ਜਾਣਾ ਉਹ ਚਲੇ ਜਾਣ ਤੇ ਉਸ ਤੋਂ ਬਾਅਦ ਦਰਵਾਜ਼ਾ ਬੰਦ ਹੋ ਜਾਵੇ, ਫਿਰ ਰਾਮ ਰਾਏ ਨੂੰ ਆਪਾਂ ਜਾਣ ਨਹੀਂ ਦਿਆਂਗੇ। ਦੋਨੋਂ ਰਹਿ ਗਏ ਬੋਲਤ ਜਬੈ, ਬਾਦਸ਼ਾਹ ਕਹਿੰਦਾ ਬਾਬਾ ਜੀ ਤੁਹਾਡੇ ਨਾਲ ਮੈਂ ਇਕੱਲਿਆਂ ਗੱਲਾਂ ਬਾਤਾਂ ਕਰਨੀਆਂ, ਕੁਝ ਮਿੰਟ ਬੈਠੋ। ਤੇ ਬਾਦਸ਼ਾਹ ਨੇ ਬਾਕੀ ਦਰਬਾਰੀ ਸਾਰੇ ਭੇਜਤੇ ਤੇ ਬਾਦਸ਼ਾਹ ਬਾਬਾ ਰਾਮ ਰਾਏ ਜੀ ਦੇ ਨਾਲ ਕਈ ਗੱਲਾਂ ਉਸ ਤੋਂ ਬਾਅਦ ਕਰਦਾ ਰਿਹਾ। ਜਦੋਂ ਦੋਵੇਂ ਬੈਠਿਆਂ ਨੂੰ ਕਾਫੀ ਚਿਰ ਹੋ ਗਿਆ, ਸਰਬਪੁਰ ਤਾਰੇ ਦੀਏ ਤਬੇ, ਤੇ ਬਾਹਰਲੇ ਦਰਵਾਜ਼ੇ ਕਿਲੇ ਦੇ ਬੰਦ ਹੋ ਗਏ। ਸਾਰੇ ਦਰਵਾਜ਼ਿਆਂ ਦੇ ਉੱਤੇ ਤਾਲੇ ਲੱਗ ਗਏ। ਲਗ ਦੀਰਘ ਕੋ ਰੋਕਨ ਕਰੇ, ਉਸ ਵੇਲੇ ਵੱਡੇ ਛੋਟੇ ਸਭ ਦਰਵਾਜ਼ੇ ਬੰਦ ਕਰ ਦਿੱਤੇ ਗਏ। ਕੋਈ ਅੰਦਰ ਜਾ ਨਹੀਂ ਸਕਦਾ ਤੇ ਕੋਈ ਅੰਦਰੋਂ ਹੁਣ ਬਾਹਰ ਆ ਨਹੀਂ ਸਕਦਾ। ਦਿੜ ਸ਼ੰਕਰ ਕਪਾਟ ਬੜ ਖਰੇ, ਵੱਡੇ ਵੱਡੇ ਸੰਗਲਾਂ ਦੇ ਨਾਲ ਤਾਲੇ ਵੱਡੇ ਵੱਡੇ, ਕਿਉਂਕਿ ਦਰਵਾਜ਼ੇ ਬੜੇ ਬੜੇ ਵੱਡੇ ਲਾਲ ਕਿਲੇ ਦੇ, ਉਹ ਸਾਰੇ ਦਰਵਾਜ਼ੇ ਬੰਦ ਕਰਕੇ ਸਬਨ ਪਛੇਰੇ ਘਟੀ ਬਿਤਾਈ। ਜਦੋਂ ਸਾਰੇ ਚਲੇ ਗਏ, ਬਾਦਸ਼ਾਹ ਨੇ ਜਾਣ ਕੇ ਅੱਧਾ ਘੰਟਾ ਪਿੱਛੋਂ ਹੋਰ ਬਾਬਾ ਜੀ ਨੂੰ ਬਿਠਾਈ ਰੱਖਿਆ। ਉਠਿਓ ਸ਼ਾਹੋ ਮਨ ਮੋਦੇ ਉਪਾਈ, ਤੇ ਦਿਲ ਵਿੱਚ ਬੇਈਮਾਨੀ ਸੀ, ਕੋ ਕਪਟ ਸੀਗਾ ਮਨ ਦੇ ਵਿੱਚ ਵੀ ਅੱਜ ਬਾਬੇ ਨੂੰ ਆਪਾਂ ਬਾਹਰ ਜਾਣ ਨਹੀਂ ਦੇਣਾ। ਗੱਲਾਂ ਤਾਂ ਹੋਰ ਬੜੇ ਪ੍ਰੇਮ ਨਾਲ ਕਰਦਾ ਰਿਹਾ, ਪਰ ਅੰਦਰ ਕਪਟ ਸੀਗਾ। ਜਦੋਂ ਬਾਦਸ਼ਾਹ ਕਹਿਣ ਲੱਗਾ ਚੰਗਾ ਬਾਬਾ ਜੀ, ਫਿਰ ਹੁਣ ਮੇਰਾ ਸੌਣ ਦਾ ਟਾਈਮ ਹੋ ਗਿਆ, ਮੈਂ ਚੱਲਦਾ ਹਾਂ, ਤੁਸੀਂ ਆਪਣੇ ਘਰ ਜਾ ਕੇ ਆਰਾਮ ਕਰੋ। ਇੱਦਾਂ ਜਦੋਂ ਬਾਦਸ਼ਾਹ ਨੇ ਆਖਿਆ, ਅੰਤఃਪੁਰ ਕੋ ਕੀਸ ਪਿਆਨਾ, ਬਾਦਸ਼ਾਹ ਆਪਣੇ ਮਹਿਲਾਂ ਵਿੱਚ ਚਲਾ ਗਿਆ। ਪਹੁੰਚੇ ਅਪਰ ਆਪਨੇ ਥਾਨਾ, ਤੇ ਬਾਕੀ ਸਾਰੇ ਕਾਜੀ ਮੁੱਲਾ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਗੁਰਸੁਤ ਸੇਵਕਾ ਪਰ ਅਸਵਾਰ, ਬਾਬਾ ਰਾਮ ਰਾਏ ਜੀ ਆਪਣੀ ਪਾਲਕੀ ਤੇ ਸਵਾਰ ਹੋਏ। ਗਮਨਿਓ ਨਿਜ ਦੇਰੇ ਹੋਏ ਤਿਆਰ, ਤੇ ਬਾਬਾ ਜੀ ਤਿਆਰ ਹੋ ਕੇ ਮਜਨੂ ਦੇ ਟਿੱਲੇ ਵੱਲ ਆਪਣੇ ਡੇਰੇ ਵੱਲ ਚੱਲ ਪਏ। ਜਬ ਹੈ ਪੁਰ ਆਇਓ ਕਿਆ ਖੇਰਾ, ਜਦੋਂ ਬਾਬਾ ਜੀ ਰਾਮ ਰਾਏ ਜੀ ਪਾਲਕੀ 'ਚ ਬੈਠ ਕੇ ਲਾਲ ਕਿਲੇ ਦੇ ਦਰਵਾਜ਼ੇ ਤੇ ਆਏ, ਕੀ ਵੇਖਦੇ ਹਨ? ਕਰਿਓ ਅਸੰਜਤ ਤਾਰੋ ਭੇਰਾ, ਦਰਵਾਜ਼ੇ ਬੰਦ ਹੋ ਚੁੱਕੇ ਨੇ, ਤਾਲੇ ਲੱਗ ਚੁੱਕੇ ਨੇ। ਦਰਵਾਜ਼ਨ ਸੋ ਗੁਰਸੁਤ ਭਾਖਾ, ਬਾਬਾ ਰਾਮ ਰਾਏ ਜੀ ਨੇ ਦਰਬਾਨਾਂ ਨੂੰ ਜਿਹੜੇ ਉੱਥੇ ਪਹਿਰਾ ਦੇ ਰਹੇ ਸਨ ਉਹਨਾਂ ਨੂੰ ਆਖਿਆ ਹੈ, ਹਮ ਕਹੋ ਕਿਉ ਤੁਮ ਅੰਤਰ ਰਾਖਾ, ਕਹਿਣ ਲੱਗੇ ਬਈ ਸਾਨੂੰ ਤੁਸੀਂ ਅੰਦਰ ਕਿਉਂ ਰੱਖ ਲਿਆ, ਸਾਡੇ ਵਾਸਤੇ ਬੂਹਾ ਖੋਲੋ, ਅਸੀਂ ਹੁਣ ਆਪਣੇ ਡੇਰੇ ਜਾਈਏ। ਸਾਰੇ ਚਲੇ ਗਏ ਨੇ ਤੇ ਤੁਸੀਂ ਦਰਵਾਜ਼ਾ ਸਾਨੂੰ ਬਾਹਰ ਜਾਣ ਤੋਂ ਬਾਅਦ ਹੀ ਬੰਦ ਕਰਨਾ ਸੀ। ਸ਼ੰਕਰ ਮੋਚੋ ਗਮ ਨਹਿ ਡੇਰੇ, ਖੋਲੋ ਕੁੰਡੀ, ਹੁਣ ਤੁਸੀਂ ਕਿਲੇ ਦਾ ਦਰਵਾਜ਼ਾ ਖੋਲੋ, ਅਸੀਂ ਆਪਣੇ ਡੇਰੇ ਜਾਈਏ। ਬਹਰ ਲਿਓ ਇਸ ਹੀ ਬਿਦ ਭੇਰੇ, ਫਿਰ ਆਪਣਾ ਦਰਵਾਜ਼ਾ ਬੰਦ ਕਰ ਲਿਆ ਜੀ, ਅਸੀਂ ਚੱਲਦੇ ਹਾਂ। ਉੱਚੋ ਚੜਿਓ ਕਹੈ ਦਰਵਾਨ, ਜਦੋਂ ਬਾਬਾ ਜੀ ਨੇ ਇਹ ਬਚਨ ਕਹੇ ਵੀ ਦਰਵਾਜ਼ਾ ਖੋਲੋ, ਅਸੀਂ ਆਪਣੇ ਘਰ ਜਾਈਏ, ਡੇਰੇ ਜਾਈਏ ਆਪਣੇ। ਗੁਰਦੁਆਰਾ ਮਜਨੂ ਦਾ ਟਿੱਲਾ, ਸਾਧ ਸੰਗਤ ਜੀ, ਜਮਨਾ ਦੇ ਕੰਢੇ ਤੇ, ਉੱਥੇ ਬਾਬਾ ਜੀ ਦਾ ਪੜਾਅ ਲੱਗਾ ਹੋਇਆ, ਉੱਥੇ ਬਾਬਾ ਜੀ ਨੇ ਜਾਣਾ ਸੀ। ਸੋ ਜਦੋਂ ਇਹ ਬਚਨ ਬਾਬਾ ਜੀ ਨੇ ਆਖੇ ਤੇ ਦਰਬਾਨ ਉੱਤੋਂ ਬੋਲਿਆ, ਅਬ ਨਹਿ ਤਾਰੀ ਹੈ ਇਸ ਥਾਨ, ਬਾਬਾ ਜੀ ਇਸ ਵੇਲੇ ਚਾਬੀ ਸਾਡੇ ਕੋਲ ਕੋਈ ਨਹੀਂ ਹੈ, ਸਾਡੇ ਕੋਲੋਂ ਚਾਬੀ, ਅਸੀਂ ਤਾਲਾ ਲਾ ਕੇ ਚਾਬੀ ਫੜਾ ਦਿੱਤੀ ਹੈ, ਤੇ ਜਿਹੜਾ ਚਾਬੀਆਂ ਵਾਲਾ ਸੀ ਉਹ ਚਾਬੀਆਂ ਸਾਰੀਆਂ ਇਕੱਠੀਆਂ ਕਰਕੇ ਬਾਦਸ਼ਾਹ ਦੇ ਕੋਲ ਲੈ ਗਿਆ ਹੈ। ਜਬ ਸਭ ਪੌਰਨ ਤਾਰੇ ਭੇਰੇ, ਜਦੋਂ ਸਾਰੇ ਦਰਵਾਜ਼ਿਆਂ ਦੇ ਤਾਲੇ ਲੱਗ ਗਏ,
ਉਸ ਵੇਲੇ ਸਾਰੀਆਂ ਚਾਬੀਆਂ ਜਮ੍ਹਾਂ ਹੋ ਜਾਂਦੀਆਂ ਹਨ। ਸਭ ਤਾਰੀ ਅੰਤਰ ਇਸ ਬੇਰੇ। ਹੁਣ ਸਾਰੀਆਂ ਚਾਬੀਆਂ ਬਾਦਸ਼ਾਹ ਦੇ ਕੋਲ ਚਲੀਆਂ ਜਾਂਦੀਆਂ ਨੇ, ਜਮ੍ਹਾਂ ਹੋ ਜਾਂਦੀਆਂ ਨੇ। ਇਹ ਚਾਬੀਆਂ ਸਵੇਰੇ ਮਿਲਣਗੀਆਂ, ਸਵੇਰੇ ਦਰਵਾਜ਼ਾ ਖੁੱਲ੍ਹਦਾ ਹੈ। ਅਪਰ ਉਪਾਏ ਨਹੀਂ ਅਵ ਜਾਣੇ। ਬਾਬਾ ਜੀ ਹੁਣ ਦਰਵਾਜ਼ਾ ਖੋਲ੍ਹਣ ਦਾ ਕੋਈ ਉਪਾਅ ਨਹੀਂ ਹੈ। ਅੰਤਰ ਹੀ ਰਹੀਐ ਕਿਸ ਥਾਨੇ। ਆਪ ਜੀ ਹੁਣ ਰਾਤ ਕਿਲੇ ਵਿੱਚ ਕਿਤੇ ਸੌਂ ਜਾਓ, ਕਿਤੇ ਆਰਾਮ ਕਰ ਲਓ, ਤੇ ਸਵੇਰੇ ਅਸੀਂ ਤਾਲਾ ਖੋਲ੍ਹ ਦਿਆਂਗੇ। ਬਹੁਤ ਪੌਰ ਕਿਮ ਖੁਲੈ ਸੋ ਨਾਹੀ। ਹੁਣ ਰਾਤ ਨੂੰ ਇਹ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ, ਅਸੀਂ ਕਿਸੇ ਤਰ੍ਹਾਂ ਵੀ ਨਹੀਂ ਖੋਲ੍ਹ ਸਕਦੇ। ਬਾਦਸ਼ਾਹ ਵੀ ਆਰਾਮ ਕਰ ਰਹੇ ਨੇ, ਉਹਨਾਂ ਦੇ ਹੁਕਮ ਦੇ ਮੁਤਾਬਕ ਦਿਨ ਚੜ੍ਹੇ ਤੱਕ 8 ਵਜੇ ਤੱਕ, ਜਿੰਨਾ ਚਿਰ ਸੂਰਜ ਨਹੀਂ ਚੜ੍ਹਦਾ, ਦਰਵਾਜ਼ਾ ਨਹੀਂ ਖੋਲ੍ਹਿਆ ਜਾ ਸਕਦਾ। ਤਾਰੀ ਗਈ ਵਿਖਮ ਥਲ ਜਾਹੀ। ਔਰ ਜਿੱਥੇ ਚਾਬੀਆਂ ਜਮ੍ਹਾਂ ਹੁੰਦੀਆਂ ਨੇ ਬਾਦਸ਼ਾਹ ਦੇ ਕੋਲ ਪਹੁੰਚ ਗਈਆਂ ਨੇ। ਪਹਿਲਾਂ ਹੁਣ ਬਾਦਸ਼ਾਹ ਨੂੰ ਸੁੱਤੇ ਕੌਣ ਜਗਾਵੇ? ਦੇ ਨਾਲੇ ਕਾਨੂੰਨ ਬਣਿਆ ਹੋਇਆ ਹੈ ਵੀ ਰਾਤ ਨੂੰ ਕਿਸੇ ਵੀ ਹਾਲਤ ਵਿੱਚ ਕਿਲੇ ਦਾ ਬੂਹਾ ਨਹੀਂ ਖੋਲ੍ਹਿਆ ਜਾ ਸਕਦਾ। ਇਹ ਬਾਦਸ਼ਾਹ ਦੀ ਸੇਫਟੀ ਦਾ ਸਵਾਲ ਹੈ। ਏਮ ਦਰਵਾਜ਼ਨ ਗਿਰਾ ਅਲਾਈ। ਸੋ ਸਾਧ ਸੰਗਤ ਜੀ, ਜਦੋਂ ਇਸ ਤਰ੍ਹਾਂ ਇਹ ਗੱਲ ਦਰਵਾਨਾਂ ਨੇ, ਪਹਿਰੇਦਾਰਾਂ ਨੇ ਆਖੀ ਹੈ, ਗੁਰ ਸੁਤ ਜਾਨੀ ਸਗਲ ਖੁਟਾਈ। ਬਾਬਾ ਰਾਮ ਰਾਏ ਜੀ ਇਹਨਾਂ ਦੁਸ਼ਟਾਂ ਦੇ ਮਨ ਦੀ ਖੁਟਿਆਈ ਜਾਣ ਗਏ ਵੀ ਇਹਨਾਂ ਦੇ ਮਨ ਵਿੱਚ ਬੇਈਮਾਨੀ ਹੈ। ਇਹ ਜਾਣ ਬੁੱਝ ਕੇ ਇਹਨਾਂ ਨੇ ਬਾਦਸ਼ਾਹ ਦੇ ਨਾਲ ਰਲ ਕੇ, ਕਾਜ਼ੀਆਂ ਮੁੱਲਾਂ ਨੇ, ਸਾਰਿਆਂ ਨੇ ਇਹ ਸਾਜ਼ਿਸ਼ ਘੜੀ ਹੈ, ਸਾਨੂੰ ਕਿਲੇ ਦੇ ਵਿੱਚ ਰੱਖਣਾ ਚਾਹੁੰਦੇ ਹੈ। ਇਹਨਾਂ ਦਾ ਮਤਲਬ ਹੈ ਵੀ ਅਸੀਂ ਰਾਤ ਕਿਲੇ 'ਚ ਰੁਕੀਏ ਅਤੇ ਫਿਰ ਅਸੀਂ ਇਹਨਾਂ ਦਾ ਖਾਣਾ ਵੀ ਖਾਈਏ ਅਤੇ ਸਵੇਰੇ ਫਿਰ ਇਹ ਸਾਨੂੰ ਆਪਣੀ ਗੱਲ ਮਨਾਉਣਗੇ। ਬਾਬਾ ਜੀ ਸਾਰੀ ਗੱਲ ਸਮਝ ਗਏ। ਆਤਮਤ ਮੰਦ ਨ ਸਮਝਹਿ ਕੈਸੇ। ਬਾਬਾ ਰਾਮ ਰਾਏ ਜੀ ਆਪਣੇ ਮਨ 'ਚ ਸੋਚਦੇ ਆ ਵੀ ਇਹਨਾਂ ਦੀ ਬੁੱਧੀ ਬੜੀ ਭ੍ਰਿਸ਼ਟ ਹੋਈ ਪਈ ਤੁਰਕਾਂ ਦੀ, ਇਹਨਾਂ ਨੂੰ ਅਜੇ ਵੀ ਅਕਲ ਨਹੀਂ ਆਉਂਦੀ। ਇੰਨੀਆਂ ਸਾਡੀਆਂ ਕਰਾਮਾਤਾਂ ਸ਼ਕਤੀਆਂ ਰੋਜ਼ ਵੇਖਦੇ ਨੇ ਅਤੇ ਫਿਰ ਸਾਡੇ ਨਾਲ ਕੋਈ ਨਾ ਕੋਈ ਹੁਜਤ ਕਰਨੋਂ ਬਾਜ਼ ਨਹੀਂ ਆਉਂਦੇ। ਇਹਨਾਂ ਦੀ ਮੱਤ ਜਿਹੜੀ ਹੈ ਪੱਥਰ ਹੋ ਗਈ ਹੈ, ਇਹ ਬੁੱਧੀ ਇਹਨਾਂ ਦੀ ਭ੍ਰਿਸ਼ਟ ਹੋ ਗਈ ਹੈ। ਇੰਨੀ ਕਲਾ ਪ੍ਰਤੱਖ ਵਰਤਦੀ ਨੂੰ ਵੇਖ ਕੇ ਵੀ ਇਹ ਅਕਲ ਨੂੰ ਹੱਥ ਨਹੀਂ ਮਾਰਦੇ। ਸਭ ਨਿਕਸੇ ਰੋਕਿਓ ਮੁਝ ਐਸੇ। ਬਾਕੀ ਸਾਰੇ ਕਾਜੀ ਮੁਲਾਣੇ ਚਲੇ ਗਏ, ਜਿੰਨੀ ਕਚਹਿਰੀ ਲੱਗੀ ਸੀ ਸਾਰੇ ਬੰਦੇ ਇਹਨਾਂ ਨੇ ਬਾਹਰ ਕੱਢੇ। ਉਹ ਵੀ ਤਾਂ ਗਏ ਨੇ, ਉਹ ਵੀ ਰਾਤ ਨੂੰ ਕੋਈ 11 ਵਜੇ, ਕੋਈ 10 ਵਜੇ, ਕੋਈ 10:30 ਵਜੇ ਗਿਆ। ਹੁਣ ਸਾਨੂੰ ਜਾਣ ਬੁੱਝ ਕੇ ਬਾਦਸ਼ਾਹ ਨੇ ਅੱਧਾ ਘੰਟਾ ਹੋਰ ਲੇਟ ਕੀਤਾ ਅਤੇ ਹੁਣ ਸਾਨੂੰ ਰੋਕ ਲਿਆ। ਸਾਡੇ ਵਾਰੀ ਕਹਿੰਦੇ ਆ ਵੀ ਚਾਬੀ ਕੋਈ ਨਹੀਂ, ਬਾਕੀਆਂ ਨੂੰ ਤਾਂ ਇਹਨਾਂ ਨੇ ਕੱਢ ਦਿੱਤਾ ਅਤੇ ਸਾਨੂੰ ਅੰਦਰ ਕਿਲੇ ਦੇ ਸੌਣ ਲਈ ਮਜਬੂਰ ਕਰਨਾ ਚਾਹੁੰਦੇ ਨੇ। ਕਰਿਓ ਬਚਨ ਛੂਟੈ ਸਭ ਤਾਰੇ। ਤੇ ਫਿਰ ਬਾਬਾ ਰਾਮ ਰਾਏ ਜੀ ਆਪਣੀ ਰਸਨਾ ਤੋਂ ਇਹ ਬਚਨ ਕੀਤਾ ਵੀ ਤਾਲੇ ਆਪੇ ਹੀ ਖੁੱਲ੍ਹ ਜਾਣ। ਨਿਕ ਸਹਿ ਸੰਕਰ ਖੁਲੈ ਕਿਵਾਰੇ। ਉਹ ਕਿਵਾੜ ਖੁੱਲ੍ਹ ਜਾਣ, ਤਾਲੇ ਖੁੱਲ੍ਹ ਜਾਣ। ਇਹ ਬਚਨ ਰਸਨਾ ਤੋਂ ਨਿਕਲਿਆ ਬਾਬਾ ਜੀ ਦੇ। ਆਮ ਸੁਖੇਨ ਜਿਮ ਡੇਰਨ ਜਾਹੇ। ਜਿਵੇਂ ਅਸੀਂ ਸੌਖੇ ਆਪਣੇ ਸਥਾਨ ਗੁਰਦੁਆਰਾ ਮਜਨੂ ਦੇ ਟਿੱਲੇ ਚਲੇ ਜਾਈਏ, ਤਾਲੇ ਆਪੇ ਹੀ ਖੁੱਲ੍ਹ ਜਾਣ, ਦਰਵਾਜ਼ੇ ਖੁੱਲ੍ਹ ਜਾਣ। ਸਕਲ ਪੌਰ ਇਸ ਰੀਤ ਖੁਲਾਹੇ। ਇਸ ਤਰ੍ਹਾਂ ਇਹ ਸਾਰੇ ਦਰਵਾਜ਼ੇ ਖੁੱਲ੍ਹ ਜਾਣ। ਸਾਧ ਸੰਗਤ ਜੀ, ਲਾਲ ਕਿਲੇ ਦੇ ਜਿਹੜੇ ਮੇਨ ਦਰਵਾਜ਼ਾ, ਇਹ ਵੀ ਕਈ ਦਰਵਾਜ਼ੇ ਹਨ। ਜਦੋਂ ਅੰਦਰ ਵੜਦੇ ਆ ਫਿਰ ਪਤਾ ਲੱਗਦਾ ਵੀ ਕਿੰਨੇ ਦਰਵਾਜ਼ੇ ਹਨ। ਵਾਰੀ ਵਾਰੀ ਸਾਰੇ ਬੰਦ ਕੀਤੇ ਜਾਂਦੇ ਆ ਅਤੇ ਬਾਹਰ ਕੋਟ ਵੀ ਕਈ ਹਨ ਆਲੇ ਦੁਆਲੇ। ਸੋ ਕਹਿੰਦੇ ਬਾਦਸ਼ਾਹ ਦੇ ਅੰਦਰ ਰਹਿੰਦਾ ਸੀ ਨਾ, ਉਹਦੀ ਸੇਫਟੀ ਵਾਸਤੇ, ਉਹਦੀ ਸੁਰੱਖਿਆ ਵਾਸਤੇ ਇਹ ਸਾਰਾ ਕੁਝ ਕੀਤਾ ਹੁੰਦਾ ਸੀ। ਤਾਲੇ ਬੜੇ ਬੜੇ ਵੱਡੇ ਲਾਏ ਹੁੰਦੇ ਸੀਗੇ। ਬਾਬਾ ਜੀ ਕਹਿੰਦੇ ਪਰਮੇਸ਼ਰ ਕਿਰਪਾ ਕਰੇ ਆਪੇ ਹੀ ਤਾਲੇ ਖੁੱਲ੍ਹ ਜਾਣ, ਅਸੀਂ ਆਪਣੇ ਡੇਰੇ ਚਲੇ ਜਾਈਏ। ਹਿਮ ਕਹਿ ਨਿਜ ਦਾਸਨ ਕੋ ਪ੍ਰੇਰੇ। ਇਹ ਤਾਂ ਬਾਬਾ ਜੀ ਨੇ ਆਪਣੇ ਕੁਹਾਰਾਂ ਨੂੰ, ਜਿਨ੍ਹਾਂ ਸਿੱਖਾਂ ਨੇ ਪਾਲਕੀ ਮੋਢਿਆਂ 'ਤੇ ਚੁੱਕੀ ਹੋਈ ਸੀ, ਉਹਨਾਂ ਨੂੰ ਆਖਿਆ, ਚਲੋ ਪਾਲਕੀ ਕਰੋ ਅਗੇਰੇ। ਚਲੋ ਬਈ ਪਾਲਕੀ ਲੈ ਕੇ ਅੱਗੇ ਕਰੋ, ਤੁਰੋ, ਦਰਵਾਜ਼ੇ ਦੇ ਨੇੜੇ ਚੱਲੋ। ਜਬ ਗਮਨੇ ਦਰ ਨਿਕਟੀ ਭਇਓ। ਉਹ ਪਹਿਰੇਦਾਰ ਉੱਥੇ ਪਹਿਰੇ 'ਤੇ ਖੜ੍ਹੇ ਸਨ
ਤੇ ਬਾਬਾ ਜੀ ਦੇ ਸੇਵਾਦਾਰ ਪਾਲਕੀ ਲੈ ਕੇ ਜਦੋਂ ਦਰਵਾਜ਼ੇ ਦੇ ਨੇੜੇ ਗਏ, ਛੋਟ ਸ਼ੰਕਰ ਤਾਰੋ ਖੁੱਲ ਗਇਓ। ਤਾਲੇ ਖੁੱਲ ਗਏ, ਸੰਗਲੀਆਂ ਡਿੱਗ ਪਈਆਂ, ਚਲੀ ਨਿਕਸਾ ਸਿਵਕਾ ਜਬ ਪੌਰ। ਔਰ ਦੂਜਾ ਦਰਵਾਜ਼ਾ ਵੀ ਖੁੱਲ ਗਿਆ, ਤੀਜਾ ਵੀ ਖੁੱਲ ਗਿਆ, ਸਾਰੇ ਦਰਵਾਜ਼ੇ ਆਪੇ ਖੁੱਲਣ ਲੱਗੇ ਤੇ ਬਾਬਾ ਜੀ ਪਾਲਕੀ ਦੇ ਵਿੱਚ ਬੈਠੇ ਹੋਏ ਸਿੱਖ ਲੈ ਕੇ ਬਾਹਰ ਨੂੰ ਚੱਲ ਪਏ। ਸਾਪ ਸਮਾਏ ਰਹੇ ਤਿਸ ਠੌਰ। ਸਾਰੇ ਹੈਰਾਨ ਹੋ ਗਏ, ਸਾਰੇ ਹੱਕੇ ਬੱਕੇ ਰਹਿ ਗਏ ਪਹਿਰੇਦਾਰ, ਬਈ ਇਹ ਕੀ ਬਣਿਆ। ਚਾਬੀਆਂ ਬਾਦਸ਼ਾਹ ਕੋਲ, ਸਾਰਾ ਕੁਝ ਬੰਦ ਹੋ ਕਰ ਦਿੱਤਾ ਹੈ। ਜਿਹੜੀ ਅਸੀਂ ਸਾਜ਼ਿਸ਼ ਬਾਦਸ਼ਾਹ ਨੇ ਬਣਾਈ ਸੀ ਬਈ ਇਹ ਬਾਬੇ ਰਾਮ ਰਾਏ ਨੂੰ ਅੰਦਰ ਰੋਕਣਾ ਤੇ ਰਾਤ ਆਪਣਾ ਖਾਣਾ ਖਵਾਉਣਾ ਤੁਰਕਾਂ ਵਾਲਾ, ਤੇ ਫਿਰ ਇਹਨੂੰ ਆਪਾਂ ਮੁਸਲਮਾਨ ਬਣਾਉਣਾ, ਉਹ ਤਾਂ ਸਾਰੀ ਗੱਲ ਸਾਡੀ ਵਿੱਚੇ ਧਰੀ ਧਰਾਈ ਰਹਿ ਗਈ ਹੈ। ਸਾਹੋ ਸਮੀਪ ਜਾਏ ਸੁਧ ਦਈ। ਤੇ ਜਾ ਕੇ ਬਾਦਸ਼ਾਹ ਨੂੰ ਪਹਿਰੇਦਾਰਾਂ ਨੇ ਖਬਰ ਦਿੱਤੀ ਹੈ। ਅਚਰਜ ਗਤ ਕੁਛ ਲਖੀ ਨਾ ਗਈ। ਇਹ ਬਾਦਸ਼ਾਹ ਸਲਾਮਤ, ਬੜਾ ਅਚਰਜ ਕੰਮ ਹੋਇਆ, ਸਮਝ ਤੋਂ ਬਾਹਰ ਗੱਲ ਹੋਈ ਹੈ। ਅਸੀਂ ਸਾਰੇ ਦਰਵਾਜ਼ਿਆਂ ਨੂੰ ਤਾਲਾ ਲਾਇਆ ਸੀ, ਸਾਰੇ ਤਾਲਿਆਂ ਦੀ ਚਾਬੀ ਤੁਹਾਡੇ ਕੋਲ ਜਮ੍ਹਾਂ ਕਰਾਈ ਸੀ। ਬਾਬੇ ਰਾਮ ਰਾਏ ਨੂੰ ਰੋਕ ਲਿਆ ਸੀ, ਆਖਿਆ ਸੀ ਵੀ ਰਾਤ ਨੂੰ ਦਾ ਤਾਲਾ ਖੁੱਲ੍ਹ ਨਹੀਂ ਸਕਦਾ, ਇੱਥੇ ਹੀ ਸੌਵੋ। ਪਰ ਬਾਬੇ ਰਾਮ ਰਾਏ ਨੇ ਆਪਣੀ ਪਾਲਕੀ ਰੋਕੀ ਨਹੀਂ ਤੇ ਉਹ ਦਰਵਾਜ਼ੇ ਖੁੱਲ੍ਹ ਗਏ ਤੇ ਆਪੇ ਬਾਹਰ ਚਲਾ ਗਿਆ ਹੈ। ਆਪ ਹੈ ਛੋੜ ਸ਼ੰਕਰ ਖੁੱਲ ਤਾਰੇ। ਆਪੇ ਸੰਗਲੀਆਂ ਖੁੱਲ੍ਹਦੀਆਂ ਗਈਆਂ, ਤਾਲੇ ਟੁੱਟਦੇ ਗਏ। ਗੁਰ ਸੁਤ ਗਮਨਿਓ ਬਹਿਰ ਸੁਖਾਰੇ। ਤੇ ਗੁਰੂ ਹਰਾਏ ਸਾਹਿਬ ਦਾ ਪੁੱਤਰ ਬਾਬਾ ਰਾਮ ਰਾਏ ਸੌਖਿਆਂ ਹੀ ਆਪਣੇ ਡੇਰੇ ਨੂੰ ਚਲਾ ਗਿਆ ਹੈ। ਜਿਮ ਤੁਮ ਕਹੋ ਕਰੈ ਤਿਮ ਜਾਏ। ਹੁਣ ਬਾਦਸ਼ਾਹ ਸਲਾਮਤ, ਸਾਨੂੰ ਕੀ ਹੁਕਮ ਹੈ, ਅਸੀਂ ਹੁਣ ਕੀ ਕਰੀਏ? ਕਿਉਂਕਿ ਜਿੰਨਾ ਕੁਝ ਅਸੀਂ ਕਰ ਸਕਦੇ ਸੀ ਆਪਣੇ ਵੱਲੋਂ ਪੂਰੀ ਚੌਕਸੀ ਕੀਤੀ, ਸਾਰੇ ਤਾਲੇ ਲਾਏ ਬੜੇ ਤਰੀਕੇ ਨਾਲ ਜਿਵੇਂ ਰੋਜ਼ ਲਾਉਂਦੇ ਆ, ਚਾਬੀਆਂ ਵੀ ਜਮ੍ਹਾਂ ਕਰਾਈਆਂ ਤੇ ਬਾਬੇ ਰਾਮ ਰਾਏ ਨੂੰ ਵੀ ਤਾਲਾ ਖੋਲ੍ਹਣ ਤੋਂ ਅਸੀਂ ਜਵਾਬ ਦੇਤਾ ਵੀ ਇਸ ਵੇਲੇ ਬਾਬਾ ਜੀ ਤਾਲਾ ਨਹੀਂ ਖੋਲ੍ਹਣਾ, ਸਵੇਰੇ ਤੁਹਾਨੂੰ ਬਾਹਰ ਭੇਜ ਦਿਆਂਗੇ, ਹੁਣ ਇੱਥੇ ਸੌਂ ਜਾਓ। ਪਰ ਬਾਬੇ ਰਾਮ ਰਾਏ ਨੇ ਕਿਸੇ ਦੀ ਨਹੀਂ ਸੁਣੀ, ਆਪਣੀ ਪਾਲਕੀ ਅੱਗੇ ਤੋਰੀ, ਤਾਲੇ ਆਪੇ ਖੁੱਲ ਗਏ। ਸੁਨਤ ਸ਼ਾਹੋ ਹਰਿ ਕਿਉ ਬਿਸਮਾਏ। ਬਾਦਸ਼ਾਹ ਸੁਣ ਕੇ ਖੁਸ਼ ਵੀ ਹੋਇਆ ਤੇ ਹੈਰਾਨ ਵੀ ਹੋਇਆ, ਕਹਿਣ ਲੱਗਾ ਇਹ ਬਾਬੇ ਰਾਮ ਰਾਏ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਚਿਤ ਸੁਧ ਹਿਤ ਅੰਤఃਪੁਰ ਬਾਹਰ। ਕਹਿੰਦੇ ਬਾਦਸ਼ਾਹ ਸੁੱਤਾ ਪਿਆ ਸੀ, ਪਲੰਘੇ ਤੇ ਲੇਟ ਰਿਹਾ ਸੀ, ਪਰ ਉਹਦੀ ਜਾਗ ਖੁੱਲ੍ਹ ਗਈ। ਬਾਹਰ ਖਲੋ ਕੇ ਨਾ ਆਪਣੇ ਮਹਿਲਾਂ ਦੇ ਵੇਖਦਾ ਹੈ। ਅਜ਼ਮਤ ਆਤ ਜੋਤ ਇਹ ਜਗ ਜ਼ਾਹਿਰ। ਕਹਿੰਦਾ ਇਹ ਬਾਬਾ ਰਾਮ ਰਾਏ ਕਰਾਮਾਤਾਂ ਸ਼ਕਤੀਆਂ ਦਾ ਭੰਡਾਰ ਹੈ, ਇਹਦੀ ਕਰਾਮਾਤ ਜਾਰੀ ਕਰਾਮਾਤ ਹੈ। ਕਹਾਂ ਰੁਕ ਹੈ ਗਤ ਵੱਡ ਬਲਵਾਨਾ। ਇਹ ਬੜੇ ਬਲਵਾਨ ਪੁਰਸ਼ ਹਨ, ਕਿਸੇ ਦੇ ਰੋਕਿਆਂ ਰੁਕਣ ਵਾਲੇ ਨਹੀਂ ਹਨ। ਦਰਵਾਨਨ ਸੋ ਪੁਨਹ ਬਖਾਨਾ। ਫਿਰ ਬਾਦਸ਼ਾਹ ਨੇ ਪਹਿਰੇਦਾਰਾਂ ਨੂੰ, ਦਰਵਾਨਾਂ ਨੂੰ, ਜਿਹੜੇ ਦਰਵਾਜ਼ੇ ਦੇ ਰਾਖਕ ਸਨ, ਉਹਨਾਂ ਨੂੰ ਆਖਿਆ ਹੈ, ਕਛੂ ਨ ਬੋਲੋ ਜਾਣੇ ਦੇਹੋ। ਕਹਿੰਦੇ ਹੁਣ ਜਾਣ ਦਿਓ, ਚਲੇ ਗਏ ਨੇ, ਹੁਣ ਨਾ ਕੁਝ ਬੋਲੋ, ਹੁਣ ਆਪਣਾ ਕੋਈ ਚਾਰਾ ਨਹੀਂ ਹੈ, ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ। ਪੌਰ ਅਰਾਏ ਤੁਸੀਂ ਬਿਦ ਲਿਓ। ਤੁਸੀਂ ਜਿਵੇਂ ਪਹਿਲਾਂ ਦਰਵਾਜ਼ੇ ਬੰਦ ਕੀਤੇ ਸੀ ਉਵੇਂ ਬੰਦ ਕਰ ਲਓ ਤੇ ਆਪਣੇ ਡਿਊਟੀ ਤੇ ਖੜੇ ਰਹੋ। ਹੁਣ ਜੋ ਹੋ ਗਿਆ, ਬਾਬਾ ਰਾਮ ਰਾਏ ਚਲਾ ਗਿਆ ਤਾਂ ਉਹਨੂੰ ਜਾਣ ਦਿਓ, ਆਪਾਂ ਨਹੀਂ ਰੋਕ ਸਕਦੇ। ਗੁਰ ਸੁਤ ਆਏ ਸੈਨ ਕਹੋ ਕੀਨਾ। ਬਾਬਾ ਰਾਮ ਰਾਏ ਜੀ ਵਾਪਸ ਮਜਨੂ ਦੇ ਟਿੱਲੇ ਆਪਣੇ ਡੇਰੇ 'ਚ ਆ ਗਏ ਤੇ ਆਪਣੇ ਪਲੰਘ ਤੇ ਬਿਰਾਜਮਾਨ ਹੋ ਗਏ। ਤੁਰਕ ਪਾਏ ਨਿਫਲ ਕਰ ਦੀਨਾ। ਤੁਰਕਾਂ ਦੀ ਇਹ ਸਾਜ਼ਿਸ਼ ਵੀ ਨਿਸਫਲ ਕਰ ਦਿੱਤੀ ਹੈ, ਤੁਰਕਾਂ ਦਾ ਕੋਈ ਚਾਰਾ ਨਹੀਂ ਚੱਲਿਆ। ਭਈ ਪ੍ਰਾਦ ਉਲਮਾਊ ਹਕਾਰੇ। ਬਾਦਸ਼ਾਹ ਨੇ ਸਵੇਰੇ ਆਪਣੀ ਕਚਹਿਰੀ 'ਚ ਕਾਜੀ ਮੁੱਲਾ ਸਾਰੇ ਸੱਦ ਲਏ। ਨਿਸ ਬਿਰਤਾਂਤ ਤਿਨ ਪਾਸ ਉਚਾਰੇ। ਰਾਤ ਦਾ ਕਿੱਸਾ ਉਹਨਾਂ ਨੂੰ ਦੱਸਿਆ ਸਾਰਾ। ਰਹਿਓ ਨਾ ਰੁਕਿਓ ਗਏ ਨਿਜ ਡੇਰੇ। ਕਹਿਣ ਲੱਗਾ ਤੁਸੀਂ ਜਿਹੜੀ ਗੱਲ ਕਹਿੰਦੇ ਸੀ ਨਾ ਵੀ ਰਾਤ ਨੂੰ ਇੱਥੇ ਰੋਕ ਲਈਏ, ਉਹ ਗੱਲ ਨਹੀਂ ਬਣੀ। ਬਾਬਾ ਰਾਮ ਰਾਏ ਸਾਡੇ ਰੋਕਿਆ ਨਹੀਂ, ਆਪਣੇ ਡੇਰੇ ਚਲਾ ਗਿਆ, ਦਰਵਾਜ਼ੇ ਆਪਣੀ ਸ਼ਕਤੀ ਨਾਲ ਖੋਲ੍ਹ ਲਏ ਉਸਨੇ। ਸ਼ੰਕਰ ਤਾਰੇ ਖੁੱਲੇ ਕਨੇਰੇ। ਸਾਰੇ ਦਰਵਾਜ਼ੇ, ਸਾਲੀਆਂ ਸੰਗਲੀਆਂ ਸਾਰੀਆਂ ਹੀ ਜਿਹੜੀਆਂ ਉਹ
ਸੀਗੀਆਂ ਤਾਲੇ ਤੇ ਉਹ ਸਾਰੇ ਖੁੱਲ ਗਏ ਹਨ। ਤਬ ਉਲਮਾਉਨ ਸ਼ਾਹੋ ਸੁਨਾਇਓ। ਕਹਿੰਦੇ ਬਾਦਸ਼ਾਹ ਦੀ ਗੱਲ ਜਦੋਂ ਇਹ ਸੁਣੀ ਸਾਰੇ ਉਲਮਾ ਨੇ, ਹਮਕੋ ਅਚਰਜ ਬੜ ਉਰੇ ਆਇਓ। ਕਹਿੰਦੇ ਬੜੀ ਹੈਰਾਨੀ ਵਾਲਾ ਕੰਮ ਹੈ, ਕਿਸੇ ਦਾ ਥੱਲੇ ਨਹੀਂ ਆਉਂਦਾ ਬਾਬਾ ਰਾਮ ਰਾਏ। ਨਹਿ ਮਾਨੋ ਤੋ ਇੱਕ ਦਿਨ ਚਲੋ। ਕਹਿੰਦੇ ਜੇ ਨਹੀਂ ਮੰਨਦਾ ਤਾਂ ਇੱਕ ਦਿਨ ਚਲੋ, ਤਹ ਆਹਾਰ ਦੇਖੋ ਤਿਸ ਮਿਲੋ। ਹਾਂ ਉਹਨੂੰ ਮਿਲੀਏ, ਉਹਦਾ ਆਹਾਰ ਖਾਣ ਪਾਣ ਦੇਖੀਏ। ਕਾਜ਼ੀਆਂ ਮੁੱਲਿਆਂ ਨੇ ਹੋਰ ਚੁਗਲੀ ਕੀਤੀ ਹੈ ਕਿ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ। ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ
ਸ੍ਰੀ ਵਾਹਿਗੁਰੂ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਇ ਆਏ। ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਟੋਡੀ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ। ਹਰ ਸਿਮਰਤ ਬਿਨਸੈ ਸਭ ਦੁਖ, ਮਾਈ ਮੇਰੇ ਮਨ ਕੋ ਸੁਖ। ਕੋਟ ਆਨੰਦ ਰਾਜ ਸੁਖ ਭੁਗਵੈ। ਹਰ ਸਿਮਰਤ ਬਿਨਸੈ ਸਭ ਦੁਖ। ਰਹਾਉ। ਕੋਟ ਜਨਮ ਕੇ ਕਿਲ ਵਿਖ ਨਾਸਹਿ, ਸਿਮਰਤ ਪਾਵਨ ਤਨ ਮਨ ਸੁਖ। ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੁਖ। ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁਖ। ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁਖ। ਚਾਰ ਪਦਾਰਥ ਅਸ਼ਟ ਮਹਾ ਸਿੱਧ, ਕਾਮ ਧੇਨ ਪਾਰ ਜਾਤ ਹਰ ਹਰ ਰੁਖ। ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸੋਠ ਮਹੱਲਾ ਪੰਜਵਾਂ। ਸ਼ਬਦ ਰਖਵਾਰੇ। ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ। ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖ ਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। ਨਾਨਕ ਪ੍ਰਭ ਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਦਾਸਾ ਜਪ ਮਹੱਲਾ ਪੰਜਵਾਂ। ਆਤੀ ਵਾਉ ਨ ਲੱਗਈ, ਪਾਵਮ ਸਰਣਾਈ। ਚੌਗਿਰਦ ਹਮਾਰੇ ਰਾਮ ਕਾਰ, ਦੁਖ ਲੱਗੈ ਨ ਪਹਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ। ਰਾਖਸ਼ ਚਿਤ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਭਏ ਸਹਾਈ। ਜੈ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹੋਣਾ। ਤੂੰ ਮੈਂ ਛੁਟੈ ਨਿਕਲ ਨ ਜਾਈਏ ਤੂੰ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਰੋ ਹਰ ਦੇਹੋ, ਨਾਨਕ ਤੇ ਨੀਤ ਸੋਹਿਲਾ। ਰਾਗ ਗੌੜੀ ਗੀਤੀ ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦਿ, ਜੈ ਘਰ ਕੀਰਤ ਆਖੀਐ। ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ। ਸਿਵਰਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸਮਾਲੀਅਨ, ਦੇਖੈਗਾ ਦੇਵਨਹਾਰ। ਤੇਰਾ ਦਾਨਾ ਕੀਮਤ ਨਾ ਪਵੈ, ਦਾਤੇ ਕਵਣ ਸਮਾਰ। ਸੰਬਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਭਵਨ। ਸੱਦਣਹਾਰਾ ਸਿਮਰਿਐ, ਨਾਨਕ ਸੇ ਦੇਹ ਅਵਨ। ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼। ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ। ਕੋ ਘਰ ਰਾਖ ਵਡਾਈ, ਕੋ ਵਿਸ ਵਿੱਚ ਅਸੀਆਂ ਕਰੀਆਂ। ਪੈਰਾਂ ਥਿੱਤੀ ਵਾਰੀ, ਮਾਉ ਹੋਵਾ ਸੂਰਜ ਏਕੋ ਰੁੱਤ। ਅਨੇਕ ਨਾਨਕ ਕਰਤੇ ਕੇਤੇ, ਵਿਸ ਰਾਖ ਧਨਾਸਰੀ। ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਨੇ ਤਾਰਕਾ ਮੰਡਲ। ਜਨਕ ਮੋਤੀ ਧੂਪ ਮਲਿਆਨ, ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ। ਭਾਵ ਖੰਡ ਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜਨ ਤੇ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ। ਕੋ ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ। ਸਹਿਸ ਤਵ ਜਗਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਨੰਦਨੋ ਮੋਹਿ। ਆਹੀ ਪਿਆਸਾ ਕਿਰਪਾ ਜਲ ਦੇ, ਨਾਨਕ ਸਾਰੰਗ ਕੋ ਹੋਏ। ਜਾਤਿ ਕੈ ਨਾਹਿ ਵਾਸਾ, ਰਾਗ ਗੌੜੀ ਪੂਰਬੀ। ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕੰਡੋਤ ਪੁਨ ਵੱਡਾ ਹੈ। ਰਹਾਉ। ਸਾਖਤ ਹਰ ਸਾਧ ਨ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉ ਜਿਉ ਚਲੈ ਚੁਭੈ ਦੁਖ ਪਾਵੈ, ਜਮ ਪਾਰ ਸੇ ਡੰਡਾ ਹੈ।
ਹਰ ਜਨ ਹਰ ਹਰ ਨਾਮ ਸਮਾਣੇ, ਮੁਖ ਜਨਮ ਮਰਨ ਭਵ ਖੰਡਾਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਮੰਦਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਘਰੋਂ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾਈ ਹਾਂ ਸੁਹੇਲਾ। ਔਤ ਕਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਸ ਵਾਰਿਓ। ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਇਸੇ ਜਗਾਏ ਤਿਨ ਜਾਨੀ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮੈਲ ਪਾਓ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸਰਧਾ ਮਨ ਕੀ ਨਾਨਕ ਦਾਸ ਇਹ ਸੁਖ ਮੰਗੈ। ਮੋਕੋ ਕਰ ਸੰਤਨ ਕੀ ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਨਾਨਕ ਦਾਸ ਸੁਖ ਮੰਗੈ। ਮੋਕੋ ਕਰ ਸੰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।